ਗੁਰੂ ਨਾਨਕ ਪਾਦ ਪੰਕਜ ਬੰਦਨ ਪਾਦ ਪੰ ਸਿਮਰੋ ਅੰਗਦ ਦੁਖ ਨਿਕੰਦਨ ਅਮਰਦਾਸ ਗੁਰ ਹਿਰਦੈ ਧਿਆਵੋ ਹਿਰਦੈ ਸ੍ਰੀ ਗੁਰੂ ਰਾਮਦਾਸ ਗੁਣ ਗਾਵੋ ਗੁਰੂ ਅਰਜਨ ਨਾਨਕੇ ਨਾਸਕੋ ਹਰਿ ਗੋਬਿੰਦ ਸ਼ੁਭ ਮਤ ਪ੍ਰਕਾਸ਼ਕੋ ਸ੍ਰੀ ਹਰਿ ਰਾਏ ਨਮੋ ਕਰ ਜੋਰੀ ਨਮੋ ਕਰ ਜੋਰੀ ਸ੍ਰੀ ਹਰਿ ਕ੍ਰਿਸ਼ਨ ਨਾਮ ਬਹੋਰੀ ਏਕ ਬਹਾਦਰ ਪਰਮ ਕਿਰਪਾਲਾ ਪਰਮ ਕਿਰਪਾਲਾ ਸ੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ ਪਰੰਤਰਾ ਪਰਿ ਪੁਨ ਪੁਨ ਸੀਸਾ ਜੀ ਪੁਨ ਪੁਨ ਸੀਸਾ ਦੋ ਬਾਰ ਬਾਰ ਜਗਦੀਸਾ ਏਕ ਓੰਕਾਰ ਸਤਿਗੁਰੂ ਤੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ। ਬਿਗਨ ਬਿਨਾਸਨ ਸੋਏ ਜਿਸ ਮੈਂ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਬੈਰਾਗੂ ਗੁਰੂ ਗ੍ਰੰਥ ਸਾਹਿਬ ਉਦਦ ਦੋ ਕਰ ਅਨੁਰਾਗ ਕਹਾਂ ਬੁੱਧ ਪ੍ਰਭ ਤੁਛ ਹਮਾਰੀ ਬਰਨ ਸਕੈ ਮਹਿਮਾ ਜੋ ਤਿਹਾਰੀ ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ ਹਮ ਨਾ ਸਕਤ ਕਰ ਸਿਫਤ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸੁਣੋ ਬਾਤ ਅਬ ਸਿੰਘਨ ਕੀ ਕਰੀ ਸ਼ਾਇ ਜਿਮ ਕੂਟ ਕੂਟਤ ਮਾਰਤ ਸੋ ਥਕਿਓ ਖਾਲਸੋ ਭਇਓ ਅਖੂਟ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਮਾਈ ਭਾਈ ਆਪ ਜੀ ਵਡਭਾਗੇ ਹੋ ਜੋ ਗੁਰੂ ਦਰਬਾਰ ਵਿੱਚ ਹਾਜ਼ਰੀਆਂ ਭਰ ਕੇ ਸ਼ਾਮ ਦੇ ਦੀਵਾਨਾਂ 'ਚ ਖਾਲਸੇ ਪੰਥ ਦਾ ਮਹਾਨ ਕੁਰਬਾਨੀਆਂ ਵਾਲਾ ਇਤਿਹਾਸ ਸਰਵਣ ਕਰ ਰਹੇ ਹੋ। ਜਿਉਂ-ਜਿਉਂ ਖਾਲਸੇ ਦੇ ਉੱਤੇ ਜ਼ੁਲਮ ਹੁੰਦੇ ਰਹੇ ਖਾਲਸਾ ਉਹਨਾਂ ਜ਼ੁਲਮਾਂ ਨੂੰ ਸਹਿ ਕੇ ਹੋਰ ਬਹਾਦਰ ਹੋਰ ਨਿਖਰਦਾ ਰਿਹਾ। ਛੋਟਾ ਘੱਲੂਘਾਰਾ ਤਾਂ ਆਪ ਜੀ ਨੇ ਪਿਛਲੇ ਮਹੀਨੇ ਸਰਵਣ ਕਰ ਲਿਆ ਸੀ ਜਦੋਂ ਇਹ ਕਥਾ ਸ਼ੁਰੂ ਹੋਈ ਸੀ। ਹੁਣ ਵੱਡੇ ਘੱਲੂਘਾਰੇ ਦੀ ਕਥਾ ਸੁਣੋ। ਕੱਲ ਆਪਾਂ ਸੁਣਿਆ ਸੀ ਕਿ ਅਬਦਾਲੀ ਨੇ ਆਪਣੀ ਤਾਕਤ ਦੇ ਨਾਲ ਮਰੱਟੇ ਵੀ ਅਤੇ ਜਾਟ ਵੀ ਭਜਾ ਦਿੱਤੇ। ਅਲੀਗੜ੍ਹ ਯੂਨੀਵਰਸਿਟੀ ਜਿੱਥੇ ਬਣੀ ਹੈ ਉੱਥੇ ਕੋਇਲ ਨਾਮ ਦਾ ਇੱਕ ਪਹਿਲਾ ਨਗਰ ਹੁੰਦਾ ਸੀ। ਕੋਇਲ ਨੂੰ ਹੀ ਅਲੀਗੜ੍ਹ ਮੁਸਲਮਾਨ ਕਹਿੰਦੇ, ਹਿੰਦੂ ਰਾਮਗੜ੍ਹ ਕਹਿੰਦੇ ਹੈ। ਉੱਥੇ ਕਿਲ੍ਹਾ ਸੀ ਜਿਸ ਦੇ ਅੰਦਰ ਜਾਟ ਆਕੀ ਹੋ ਕੇ ਬਹਿ ਗਏ। ਉਹਨਾਂ ਹਿੰਦੂ ਜਾਟਾਂ ਨੇ ਅਬਦਾਲੀ ਦਾ ਮੁਕਾਬਲਾ ਕੀਤਾ। ਜਿਹੜਾ ਕਿ 12 ਸਾਲ 'ਚ ਕਿਲ੍ਹਾ ਫਤਿਹ ਨਹੀਂ ਸੀ ਹੋ ਸਕਦਾ, ਅਬਦਾਲੀ ਨੇ ਉਹ ਵੀ 2 ਹਫ਼ਤਿਆਂ ਵਿੱਚ ਕਿਲ੍ਹਾ ਫਤਿਹ ਕਰ ਲਿਆ।
ਅਬਦਾਲੀ ਦਾ ਹੌਸਲਾ ਬਹੁਤ ਵੱਧ ਗਿਆ। ਉਹਨੇ ਮਰਹੱਟੇ ਵੀ ਭਜਾ ਦਿੱਤੇ ਔਰ ਦਿੱਲੀ ਦੇ ਉੱਤੇ ਉਹਨੇ ਨਜੀਬ ਖਾਨ ਰੁਹੇਲੇ ਦਾ ਅਧਿਕਾਰ ਜਮਾ ਦਿੱਤਾ, ਜੋ ਪਠਾਨ ਸੀ ਰੁਹੇਲਾ ਨਜੀਬ ਖਾਨ। ਔਰ ਉਹਨੇ ਸਰਹੰਦ ਦੇ ਵਿੱਚ ਜੈਨ ਖਾਨ ਨੂੰ ਬਿਠਾ ਦਿੱਤਾ ਤੇ ਲਾਹੌਰ ਵਿੱਚ ਵੀ ਉਹਨੇ ਆਪਣਾ ਕਬਜ਼ਾ ਕਰ ਲਿਆ। ਹਿੰਦੁਸਤਾਨ ਦੇ ਉੱਤੇ ਅਬਦਾਲੀ ਦਾ ਕਬਜ਼ਾ ਪੂਰੀ ਤਰ੍ਹਾਂ ਜਦੋਂ ਹੋ ਗਿਆ ਤੇ ਅਬਦਾਲੀ ਨੇ ਸੋਚਿਆ ਵੀ ਹੁਣ ਸਿੱਖਾਂ ਨੂੰ ਵੀ ਖਤਮ ਕਰਦੇ ਹਾਂ, ਸਿੱਖਾਂ ਦਾ ਤਾਂ ਬਿਲਕੁਲ ਹੀ ਨਾਮੋ ਨਿਸ਼ਾਨ ਮਿਟਾ ਦਈਏ। ਉਹ ਟਾਈਮ ਐਸਾ ਸੀ ਜਦੋਂ ਮੁਗਲ ਵੀ ਪਠਾਨਾਂ ਦੇ ਨਾਲ ਰਲ ਗਏ, ਸਮਝ ਲਓ। ਪਠਾਨਾਂ ਨੂੰ ਤੇ ਮੁਗਲਾਂ ਨੂੰ ਇਹ ਨਜ਼ਰ ਆਇਆ ਕਿ ਆਪਾਂ ਹਿੰਦੂ ਮਰਾਠਿਆਂ ਨੂੰ ਭਜਾ ਦਈਏ, ਬਾਅਦ ਵਿੱਚ ਆਪਸ 'ਚ ਫੈਸਲਾ ਕਰ ਲਵਾਂਗੇ। ਹਿੰਦੂ ਮਰਾਠੇ ਬਹੁਤ ਵੱਡੀ ਤਾਕਤ ਹਿੰਦੁਸਤਾਨ ਦੀ ਬਣ ਚੁੱਕੇ ਸਨ। ਮੁਗਲਾਂ ਨੇ ਵੀ, ਜਿਹੜੇ ਮੁਗਲ ਉਹਨਾਂ ਨੂੰ ਵਰਤਦੇ ਰਹੇ, ਉਹਨਾਂ ਨੂੰ ਨਾਲ ਬੁਲਾਉਂਦੇ ਰਹੇ, ਉਹਨਾਂ ਨੇ ਵੀ ਉਹਨਾਂ ਮਰਾਠਿਆਂ ਦਾ ਸਾਥ ਨਹੀਂ ਦਿੱਤਾ। ਮਰਾਠੇ ਹਾਰ ਗਏ। ਜਾਟ ਜਵਾਹਰਮਲ, ਜਿਹੜਾ ਕਿ ਭਰਤਪੁਰ ਦਾ ਜੱਟ ਸੀ, ਬੜੀ ਭਾਰੀ ਫੌਜਾਂ ਦਾ ਮਾਲਕ, ਉਹ ਵੀ ਇੱਕ ਤਰ੍ਹਾਂ ਨਾਲ ਹਾਰ ਗਿਆ। ਸਾਰੇ ਪਾਸੇ ਅਬਦਾਲੀ ਦਾ ਦਬਦਬਾ ਬੈਠ ਗਿਆ। 1761 ਦੇ ਵਿੱਚ ਇਹ ਜੱਟਾਂ ਵਾਲੀ ਲੜਾਈ ਅਲੀਗੜ੍ਹ ਦੇ ਵਿੱਚ ਹੋਈ ਤੇ 62 ਚੜ੍ਹਦਿਆਂ ਸਾਰ ਫਰਵਰੀ ਦੇ ਮਹੀਨੇ ਇਹ ਸਿੱਖਾਂ ਦਾ ਘੱਲੂਘਾਰਾ ਹੋਇਆ। 5 ਫਰਵਰੀ 1762 ਨੂੰ ਅਬਦਾਲੀ ਮਰਾਠਿਆਂ ਵੱਲੋਂ, ਜੱਟਾਂ ਵੱਲੋਂ ਵਿਹਲਾ ਹੋ ਕੇ ਹੁਣ ਸਿੱਖਾਂ ਦੇ ਕਿਵੇਂ ਪਏਗਾ, ਉਹ ਕਥਾ ਅੱਜ ਆਪਾਂ ਸੁਣਨੀ ਹੈ। ਸਾਰੀ ਸੰਗਤ ਪਿਆਰ ਨਾਲ ਆਖੋ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਕੁੰਡਲੀਆ ਸੁਣੋ ਬਾਤ ਅਬ ਸਿੰਘਨ ਕੀ, ਕਰੀ ਛਾਏ ਜਿਮਕੂਟ। ਹੁਣ ਖਾਲਸੇ ਦੀ ਗੱਲ ਸੁਣੋ, ਸਿੰਘਾਂ ਦੀ ਗੱਲ ਸੁਣੋ। ਜੋ ਅਬਦਾਲੀ ਸਿੱਖਾਂ ਦੇ ਮਗਰ ਪਿਆ ਹੈ ਔਰ ਸਿੱਖਾਂ ਦਾ ਬਹੁਤ ਭਾਰੀ ਨੁਕਸਾਨ ਵੱਡੇ ਘੱਲੂਘਾਰੇ 'ਚ ਉਸਨੇ ਕੀਤਾ ਹੈ। ਕੁਟਤ ਮਾਰਤ ਸੋ ਥਕਿਓ, ਖਾਲਸੇ ਪਇਓ ਅਖੂਟ। ਅਬਦਾਲੀ ਸਿੱਖਾਂ ਨੂੰ ਮਾਰਦਾ, ਵੱਢਦਾ, ਟੁੱਕਦਾ, ਕੁੱਟਦਾ ਰਿਹਾ, ਪਰ ਖਾਲਸਾ ਦਿਨੋਂ ਦਿਨ ਵੱਧਦਾ ਗਿਆ। ਇਹ ਗੁਰੂ ਸਾਹਿਬ ਦੀ ਕਲਾ ਸੀ, ਜਿਹਦੇ ਬਾਰੇ ਭਾਈ ਰਤਨ ਸਿੰਘ ਜੀ ਇਹ ਕੁੰਡਲੀਆ ਛੰਦ ਲਿਖ ਰਹੇ ਨੇ। ਖਾਲਸਾ ਪਇਓ ਖੂਟ, ਨਦੀ ਜਿਮ ਸੁੰਮੇ ਵਾਣੀ। ਆਹਾ, ਖਾਲਸਾ ਇਉਂ ਅਖੁੱਟ ਹੋ ਗਿਆ ਜਿਵੇਂ ਸੁੰਮੇ ਵਾਲੀ ਨਦੀ ਹੁੰਦੀ ਹੈ। ਸੁੰਮੇ ਵਾਲੀ ਨਦੀ ਦਾ ਮਤਲਬ ਹੈ ਵੀ ਇਸ ਪਹਾੜਾਂ 'ਚੋਂ ਸੋਮਾ ਨਿਕਲਦਾ ਹੋਵੇ, ਦਿਨ ਰਾਤ ਚੱਲਦਾ ਹੋਵੇ, ਉਸ ਨਦੀ 'ਚ ਪਾਣੀ ਮੁੱਕ ਨਹੀਂ ਸਕਦਾ। ਜਿੱਥੇ ਬਰਸਾਤੀ ਨਦੀਆਂ ਹੁੰਦੀਆਂ ਉਹਦਾ ਪਾਣੀ ਘਟ ਜਾਂਦਾ ਹੈ, ਉਹ ਮੁੱਕ ਜਾਂਦਾ, ਸੁੱਕ ਜਾਂਦੀਆਂ, ਬਰਸਾਤੀ ਨਾਲੇ ਸੁੱਕ ਜਾਂਦੇ ਆ, ਪਰ ਸੋਮੇ ਵਾਲੀ ਨਦੀ ਨਹੀਂ ਸੁੱਕਦੀ। ਉਹਦਾ ਪਿੱਛੋਂ ਸੋਮਾ ਚੱਲੀ ਜਾਂਦਾ, ਚੱਲੀ ਜਾਂਦਾ, ਚੱਲੀ ਜਾਂਦਾ। ਸ੍ਰੀ ਕਲਗੀਧਰ ਪਾਤਸ਼ਾਹ ਜੀ ਦੇ ਬਚਨ ਰਹਿਤਨਾਮੇ ਵਿੱਚ ਜਿਨ ਕੀ ਸਿਰਜਨ ਹਮ ਕਰੀ ਨਿਜ ਹਾਥਨ ਕੇ ਸਾਥ, ਉਨਕੀ ਸਮਸਿਰ ਜੋ ਕਰੇ ਗਲ ਜਾਏ ਕੁਲ ਸਾਥ। ਜਿਨ੍ਹਾਂ ਨੂੰ ਅਸੀਂ ਆਪਣੇ ਹੱਥੀਂ ਸਾਜਿਆ ਹੋਵੇ, ਉਹਦੀ ਜੋ ਬਰਾਬਰੀ ਕਰੇਗਾ, ਉਹਦੀਆਂ 7 ਕੁਲਾਂ ਗਲ ਜਾਣਗੀਆਂ। ਖਾਲਸਾ ਖਤਮ ਨਹੀਂ ਹੋਵੇਗਾ, ਖਾਲਸੇ ਦੇ ਵੈਰ ਹੀ ਖਤਮ ਹੋ ਜਾਣਗੇ। ਇਹ ਸੁੰਮੇ ਵਾਲੀ ਨਦੀ ਦੀ ਤਰ੍ਹਾਂ ਖਾਲਸਾ ਵੱਧਦਾ ਹੀ ਗਿਆ, ਵੱਧਦਾ ਹੀ ਗਿਆ। ਹਾਂਜੀ, ਅਗਲੇ ਆਗੇ ਤੁਰੇ ਔਰ ਚਬ ਆਵੇਂ ਪਾਣੀ। ਜਿਵੇਂ ਅਗਲਾ ਪਾਣੀ ਤੁਰ ਜਾਂਦਾ ਤੇ ਪਿੱਛੋਂ ਹੋਰ ਆਈ ਜਾਂਦਾ, ਆਈ ਜਾਂਦਾ ਤੇ ਤੁਰੀ ਜਾਂਦਾ। ਇੱਦਾਂ ਖਾਲਸੇ ਵਿੱਚ ਜਿੰਨੀਆਂ ਸ਼ਹੀਦੀਆਂ ਹੋਈ ਜਾਂਦੀਆਂ, ਉਹਨੇ ਨਵੇਂ ਸਿੰਘ ਭਰਤੀ ਹੋਈ ਜਾਂਦੇ। ਖੰਡੇ ਬਾਟੇ ਦਾ ਅੰਮ੍ਰਿਤ ਚੱਲੀ ਜਾਂਦਾ, ਛਕਾਈ ਜਾਂਦੇ ਸਿੰਘ, ਤੇ ਫੌਜਾਂ ਤਿਆਰ ਹੁੰਦੀਆਂ ਰਹਿੰਦੀਆਂ। ਸਤਿਗੁਰ ਦਾਇਆ ਖਾਲਸਾ ਸਭ ਆਗੂ ਚਾਰੇ। ਇਹ ਸਭ ਗੁਰੂ ਦੀ ਦਇਆ ਹੈ, ਇਹ ਗੁਰੂ ਦੀ ਕਲਾ ਹੈ। ਅਬਦਾਲੀ ਨੂੰ ਇਹ ਨਜ਼ਰ ਆਇਆ ਸੀ ਕਿ ਸਿੱਖਾਂ ਦੇ ਵਿੱਚ ਕੋਈ ਗੈਬੀ ਸ਼ਕਤੀ ਕੰਮ ਕਰ ਰਹੀ ਹੈ, ਨਹੀਂ ਤਾਂ ਇਹ ਖਤਮ ਹੋ ਜਾਣੇ ਚਾਹੀਦੇ ਸਨ। ਅਬਦਾਲੀ ਇਸੇ ਇਰਾਦੇ ਨਾਲ ਆਇਆ ਸੀ ਖਤਮ ਕਰਨ ਵਾਸਤੇ। ਇਸ ਘੱਲੂਘਾਰੇ ਤੋਂ ਬਾਅਦ 6 ਮਹੀਨੇ ਬਾਅਦ ਜਦੋਂ ਸਿੰਘਾਂ ਨੇ ਉਹਨੂੰ ਅੰਮ੍ਰਿਤਸਰ 'ਚ ਬੜੀ ਭਾਰੀ ਭਾਜੜ ਪਾਈ, ਪਿਪਲੀ ਸਾਹਿਬ ਦੇ ਮੈਦਾਨ ਵਿੱਚ ਜੰਗ ਹੋਇਆ
ਤਾਂ ਉਸ ਵੇਲੇ ਸਾਧ ਸੰਗਤ ਜੀ ਅਬਦਾਲੀ ਨੂੰ ਅਹਿਸਾਸ ਹੋਇਆ ਕਿ ਸਿੱਖ ਖਤਮ ਹੋਣ ਵਾਲੇ ਨਹੀਂ ਹਨ। ਸੋ ਇਹ ਕਥਾ ਹੁਣ ਸ਼ੁਰੂ ਹੋ ਰਹੀ ਹੈ ਵੱਡੇ ਘੱਲੂਘਾਰੇ ਦੀ। ਭਾਈ ਰਤਨ ਸਿੰਘ ਜੀ ਕਹਿੰਦੇ ਆ ਕਿ ਦੁਸ਼ਮਣਾਂ ਦੇ ਇਰਾਦੇ ਸਫਲ ਨਹੀਂ ਹੋ ਸਕੇ। ਇਹ ਗੁਰੂ ਕਲਗੀਆਂ ਵਾਲੇ ਦੀ ਦਇਆ ਸੀ ਕਿ ਅੱਜ ਵੀ ਪੰਥ ਜਿਉਂਦਾ ਹੈ ਤੇ ਰਹਿੰਦੀ ਦੁਨੀਆ ਦਾ ਖਾਲਸਾ ਰਹੇਗਾ। ਜੋ ਦੁਸ਼ਮਣ ਤੇ ਖਾਲਸੈ ਸੋ ਥੋਰ ਜਿਉ ਗਾਰੇ। ਜਿਵੇਂ ਥੋਰ ਜਿੰਨੀ ਵੱਢੀਏ ਓਨੀ ਜ਼ਿਆਦਾ ਉਗ ਪੈਂਦੀ ਹੈ, ਇਵੇਂ ਖਾਲਸਾ ਦਿਨੋਂ ਦਿਨ ਵੱਧਦਾ ਜਾਂਦਾ ਹੈ, ਵੱਧਦਾ ਜਾਂਦਾ ਹੈ। ਦੋਹਰਾ ਟੱਬਰ ਬਹਾਲੇ ਮਾਲਵੇਂ ਚ ਲੂਟਤ ਫੋਸੋ ਖਾਏ। ਜਿਵੇਂ ਕਿ ਆਪਾਂ ਬਾਬਾ ਮਿੱਤ ਸਿੰਘ ਜੀ ਦੀ ਸ਼ਹੀਦੀ ਦਾ ਸੁਣਿਆ ਪ੍ਰਸੰਗ ਪਿੱਛੇ, ਉਹਨਾਂ ਦਿਨਾਂ ਵਿੱਚ ਖਾਲਸਾ ਆਪਣੇ ਟੱਬਰਾਂ ਨੂੰ ਮਾਲ ਵਿੱਚ ਛੱਡ ਕੇ ਆਪਣੀਆਂ ਪਤਨੀਆਂ, ਬੀਬੀਆਂ, ਮਾਈਆਂ, ਬੱਚੇ, ਬੁੱਢੇ ਮਾਲ ਵਿੱਚ ਛੱਡੇ ਹੋਏ ਸਨ ਤੇ ਆਪ ਸਰਕਾਰ ਦੇ ਖਜ਼ਾਨੇ ਲੁੱਟ ਕੇ ਗੁਜ਼ਾਰਾ ਕਰ ਰਿਹਾ ਸੀ। ਆਗੇ ਪਾਛੇ ਰਾਤ ਦਿਨ ਦੌੜ ਸੋ ਸਾਇ ਅਕਾਹੇ। ਅੱਗੇ ਪਿੱਛੇ ਰਾਤ ਦਿਨ ਹੱਲੇ ਬੋਲ ਕੇ ਅਬਦਾਲੀ ਨੂੰ ਤੰਗ ਕਰਦੇ ਸਨ। ਅਬਦਾਲੀ ਅੱਕ ਗਿਆ ਸੀ, ਸਿੱਖਾਂ ਤੋਂ ਪਰੇਸ਼ਾਨ ਹੋ ਗਿਆ ਸੀ। ਅਬਦਾਲੀ ਚਾਹੁੰਦਾ ਸੀ ਪੰਜਾਬ ਨੂੰ ਹਿੰਦੁਸਤਾਨ ਦਾ ਸੂਬਾ ਨਹੀਂ ਰਹਿਣ ਦੇਣਾ। ਪਹਿਲੀ ਗੱਲ ਤਾਂ ਦਿੱਲੀ ਦੇ ਵਿੱਚ ਵੀ ਪਠਾਣਾਂ ਦਾ ਰਾਜ ਹੋਵੇ, ਜੇ ਨਾ ਵੀ ਹੋਵੇ ਤਾਂ ਪੰਜਾਬ, ਲਾਹੌਰ ਤਾਂ ਕਾਬਲ ਦੇ ਨਾਲ ਜੋੜ ਦੇਣਾ। ਤੇ ਉਹ ਲੁੱਟ ਕੇ, ਅਸਲ ਵਿੱਚ ਅਬਦਾਲੀ ਲੁਟੇਰਾ ਸੀਗਾ। ਉਹ ਪੰਜਾਬ ਦਾ ਕਦੀ ਵੀ ਵਸਨੀਕ ਨਹੀਂ ਸੀ, ਨਾ ਇੱਥੋਂ ਦਾ ਵਸਿੰਦਾ ਬਣਿਆ, ਨਾ ਉਹਨੇ ਪੰਜਾਬ ਨੂੰ ਕਦੀ ਆਪਣਾ ਸਮਝਿਆ। ਉਹ ਲੁੱਟਣ ਵਾਸਤੇ ਆਉਂਦਾ ਸੀ ਤੇ ਦਿੱਲੀ ਤੱਕ ਲੁੱਟਮਾਰ ਕਰਦਾ, ਮਥੁਰਾ ਤੱਕ, ਆਗਰੇ ਤੱਕ। ਹੁਣ ਅਬਦਾਲੀ ਨੂੰ ਸਿੱਖ ਜਾਂਦੇ ਨੂੰ ਲੁੱਟ ਲੈਂਦੇ, ਰਸਤੇ ਜਦੋਂ ਵਾਪਸ ਜਾਂਦਾ ਸਿੱਖ ਲੁੱਟ ਲੈਂਦੇ, ਤੰਗ ਕਰਦੇ ਅਬਦਾਲੀ ਨੂੰ। ਕਿਲਾਉ ਤੋ ਜੋ ਥੋ ਕੀਓ ਤੇ ਮਦ ਉਤਰਿਓ ਸ਼ਾਹੇ। ਅਬਦਾਲੀ ਅੰਮ੍ਰਿਤਸਰ ਆ ਗਿਆ। ਕੋਇਲ ਦਾ, ਅਲੀਗੜ੍ਹ ਦਾ ਇਲਾਕਾ ਉਹਦੇ ਕੋਲ ਸਾਰਾ ਉਹਨੇ ਖਤਮ ਕਰ ਲਿਆ। ਦਿੱਲੀ ਦੇ ਵਿੱਚ ਉਹਨੇ ਰੋਹਿਲੇ ਨਜੀਬ ਖਾਨ ਨੂੰ ਬਿਠਾ ਦਿੱਤਾ। ਆਪ ਅੰਮ੍ਰਿਤਸਰ ਜਿਹੜੀ ਰਾਮ ਰੌਣੀ ਹੈ, ਜਿਹੜੀ ਸਿੱਖਾਂ ਨੇ ਆਪ ਮਿਹਨਤ ਕਰਕੇ ਆਪਣੇ ਹੱਥਾਂ ਨਾਲ ਕਿਲ੍ਹਾ ਬਣਾਇਆ ਸੀ ਰਾਮ ਰੌਣੀ ਦਾ, ਉਸ ਕਿਲੇ ਦੇ ਵਿੱਚ ਅਬਦਾਲੀ ਆਪ ਆ ਕੇ ਬੈਠ ਗਿਆ। ਅੰਮ੍ਰਿਤਸਰ ਪਲ ਜੋ ਜਗਾ ਲਾਗੇ ਦੇਨ ਗਿਰਾਏ। ਅੰਮ੍ਰਿਤਸਰ ਸ਼ਹਿਰ ਦੇ ਵਿੱਚ ਜਿਹੜੀਆਂ ਚੰਗੀਆਂ ਚੰਗੀਆਂ ਥਾਵਾਂ ਸਨ, ਗੁਰਦੁਆਰੇ ਸਨ, ਜਿਹੜੀਆਂ ਸੋਹਣੀਆਂ ਬਿਲਡਿੰਗਾਂ ਸਨ ਬਣੀਆਂ ਹੋਈਆਂ ਪੁਰਾਣੀਆਂ, ਗੁਰੂ ਰਾਮਦਾਸ, ਗੁਰੂ ਅਰਜਨ ਦੇਵ ਜੀ ਦੇ ਸਮੇਂ ਦੀਆਂ, ਅਬਦਾਲੀ ਉਹਨਾਂ ਘਰਾਂ ਨੂੰ, ਉਹਨਾਂ ਬਿਲਡਿੰਗਾਂ ਨੂੰ ਢਾਣ ਲੱਗਾ। ਚੌਪਈ ਤਾਲ ਮਦ ਦਈ ਲੱਦ ਗਿਰਾਏ। ਲਿਦ ਗਿਰਾਏ। ਸਰੋਵਰ ਦੇ ਵਿੱਚ ਸਾਰੀ ਫੌਜ ਦੇ ਜਿੰਨੇ ਘੋੜੇ ਸਨ ਉਹਨਾਂ ਦੀ ਲਿਦ ਸਰੋਵਰ ਦੇ ਸੁੱਟ ਦਿੱਤੀ। ਸ੍ਰੀ ਅੰਮ੍ਰਿਤਸਰ ਸਰੋਵਰ ਦੇ ਵਿੱਚ ਘੋੜਿਆਂ ਦੀ ਲਿਦ ਪਾ ਪਾ ਕੇ ਸਰੋਵਰ ਨੂੰ ਪੂਰਨ ਲੱਗਾ ਹੈ। ਜੋ ਬੀਜੇ ਜਾਉ ਖੁਦ ਚਰਾਏ। ਔਰ ਸਰੋਵਰ ਪੂਰ ਦਿੱਤਾ ਅਬਦਾਲੀ ਨੇ ਘੋੜਿਆਂ ਦੀ ਲਿਦ ਪਾ ਕੇ। ਉਹਦੇ ਵਿੱਚ ਜੌਂ ਬੀਜ ਦਿੱਤੇ, ਖੇਤੀ ਕਰ ਦਿੱਤੀ। ਮਦ ਹਰਮੰਦਰ ਢਾਹ ਤਿਨ ਦਿਓ। ਸ੍ਰੀ ਹਰਿਮੰਦਰ ਸਾਹਿਬ ਜੋ ਸਰੋਵਰ ਦੇ ਵਿਚਕਾਰ ਹੈ, ਅਬਦਾਲੀ ਨੇ ਢਾਹ ਦਿੱਤਾ ਸੀ। ਤੇ ਦਾਰੂ ਕੁੱਪੇ ਚਿਨਵਾਵਤ ਪਇਓ। ਦਾਰੂ ਦੇ ਬਰੂਦ ਦੇ ਕੁੱਪੇ ਨੀਹਾਂ ਦੇ ਵਿੱਚ ਰੱਖ ਕੇ, ਸੁਰਗਦੁਆਰੀਆਂ ਦੇ ਵਿੱਚ ਚਿਣਾਈ ਕਰਕੇ ਬਰੂਦ ਦੇ ਕੁੱਪੇ ਅੱਗ ਲਵਾਈ ਅਬਦਾਲੀ ਨੇ। ਦਿਨੀ ਤਿਨ ਕੋ ਅਗਨ ਲਗਾਏ। ਬਰੂਦ ਦੇ ਕੁੱਪਿਆਂ ਨੂੰ ਅੱਗ ਲਾ ਕਰਕੇ ਅਬਦਾਲੀ ਨੇ ਹਰਿਮੰਦਰ ਸਾਹਿਬ ਢਾਹ ਦਿੱਤਾ, ਉਡਾ ਦਿੱਤਾ। ਉਡੀ ਇੱਟ ਉਹਾਂ ਪਹੁੰਚੀ ਜਾਏ। ਹਰਿਮੰਦਰ ਸਾਹਿਬ ਨੂੰ ਜਦੋਂ ਅਬਦਾਲੀ ਨੇ ਢਾਇਆ ਸੀ ਤਾਂ ਇੱਕ ਇੱਟ ਉੱਡ ਕੇ ਉਹਦੀ ਨੱਕ ਤੇ ਵੱਜੀ ਸੀ। ਲਗੀ ਨੱਕ ਕੇ ਉੱਪਰ ਸਾਏ। ਉਹ ਇੱਟ ਹਰਿਮੰਦਰ ਸਾਹਿਬ ਦੀ ਉੱਡ ਕੇ ਅਬਦਾਲੀ ਦੀ ਨੱਕ ਦੇ ਉੱਤੇ, ਘੋੜੀ ਦੇ ਉੱਤੇ ਆ ਜਿਹੜੀ ਉੱਪਰਲੀ ਹੱਡੀ ਹੈ, ਇੱਥੇ ਵੱਜੀ ਤੇ ਉਹਦੇ ਨੱਕ ਦੀ ਘੋੜੀ ਤੋੜ ਦਿੱਤੀ ਤੇ ਮੁੜ ਕੇ ਠੀਕ ਨਹੀਂ ਹੋਈ। ਨਸੂਰ ਨਾਲ ਹੀ ਅਬਦਾਲੀ ਮਰ ਗਿਆ ਸੀ। ਹੋਏ ਨਾ ਚੰਗਾ ਰੋਗੀ ਕਹਾਏ। ਮੁੜ ਕੇ ਚੰਗਾ ਨਹੀਂ ਹੋਇਆ। ਅਬਦਾਲੀ ਬਹੁਤ ਇਲਾਜ ਕੀਤੇ ਪਰ ਉਹ ਰੋਗ ਉਹਦਾ ਖਤਮ ਨਹੀਂ ਹੋਇਆ ਤੇ ਉਸੇ ਨਾਲ ਅਬਦਾਲੀ ਤੜਫ ਤੜਫ ਕੇ ਮਰਿਆ ਸੀ। ਤੋ ਲਾਹੌਰ ਕੇ ਤੁਰ ਪਇਓ ਰਾਹੇ। ਹਰਿਮੰਦਰ ਸਾਹਿਬ ਨੂੰ ਢਾਹ ਕੇ ਲਾਹੌਰ ਨੂੰ ਤੁਰ ਪਿਆ। ਲਾਹੌਰ ਤਖਤ ਪੈ ਬੈਠਿਓ ਜਾਏ। ਲਾਹੌਰ ਦੇ ਤਖਤ ਤੇ ਅਬਦਾਲੀ ਜਾ ਬੈਠਾ। ਲਗੋ ਸਿੰਘਨ ਕੋ ਚੁਣ ਚੁਣ ਮਾਰਨ। ਸਿੰਘਾਂ ਨੂੰ ਪੰਜਾਬ ਵਿੱਚ ਚੁਣ ਚੁਣ ਕੇ ਮਾਰਨ ਲੱਗਾ ਅਬਦਾਲੀ। ਬਹੁਤੇ ਖੋਟੇ ਉਨ ਕੀਨੇ ਕਾਰਨ। ਉਹਨੇ ਬੜੇ ਬੜੇ ਪਾਪ ਕੀਤੇ, ਬੜੇ ਜ਼ੁਲਮ ਕੀਤੇ ਸਿੱਖਾਂ ਉੱਤੇ। ਦੋਹਰਾ
ਬਹੁਤ ਸਿੰਘ ਮਾਲਵੇ ਵੜੇ ਕੇਤਕ ਰੈ ਵੜ ਝੱਲ। ਬਹੁਤ ਸਾਰੇ ਸਿੰਘ ਮਾਲਵੇ ਨੂੰ ਚਲੇ ਗਏ, ਬਹੁਤ ਸਾਰੇ ਸਿੰਘ ਜੰਗਲਾਂ ਬੇਲਿਆਂ ਪਹਾੜਾਂ 'ਚ ਲੁਕ ਗਏ। ਲੁਟੇ ਸੋ ਕਾਬਲ ਰਾਏ ਕੋ ਲੌਰ ਸੋ ਗਿਲਜਨ ਚੱਲ। ਪਰ ਹੁਣ ਗੁਜ਼ਾਰਾ ਕਰਨ ਵਾਸਤੇ ਸਿੰਘਾਂ ਨੂੰ ਪਠਾਨ ਲੁੱਟਣੇ ਪੈਂਦੇ, ਪਠਾਨਾਂ ਨੂੰ ਪੈਂਦੇ ਸਿੰਘ ਰਾਤ ਬਰਾਤੇ ਨਿਕਲਦੇ, ਅਬਦਾਲੀ ਦੀਆਂ ਫੌਜਾਂ ਵਿੱਚੋਂ ਰਸਤਾਂ ਬਸਤਾਂ ਲੁੱਟ ਕੇ ਲਿਆਉਂਦੇ, ਘੋੜੇ ਲੁੱਟ ਕੇ ਲਿਆਉਂਦੇ। ਜਿੰਨਾ ਮਾਲ ਅਬਦਾਲੀ ਲੁੱਟ ਕੇ ਲਿਜਾ ਰਿਹਾ ਹੁੰਦਾ ਸੀ ਰਾਹ ਕਾਬਲ ਨੂੰ, ਸਿੰਘ ਜੰਗਲਾਂ ਵਿੱਚੋਂ ਨਿਕਲ ਕੇ ਉਹ ਲੁੱਟ ਲਿਆ ਕਰਦੇ ਸਨ। ਚੌਪਈ ਸਾਏ ਸਿੰਘ ਨੇ ਬਹੁਤ ਅਕਾਇਆ। ਆ ਸਿੰਘਾਂ ਨੇ ਵੀ ਅਬਦਾਲੀ ਨੂੰ ਦੀ ਨੱਕ 'ਚ ਦਮ ਕਰ ਛੱਡਿਆ ਸੀ, ਅਬਦਾਲੀ ਨੂੰ ਬਹੁਤ ਪਰੇਸ਼ਾਨ ਕੀਤਾ ਸੀ ਸਿੱਖਾਂ ਨੇ। ਢੂੰਡਣ ਸਿੰਘਨ ਦਸਤਾ ਚੜਾਇਆ। ਅਬਦਾਲੀ ਸਿੱਖਾਂ ਨੂੰ ਲੱਭਣ ਦੇ ਲਈ ਬੜੀ ਭਾਰੀ ਫੌਜ ਲੈ ਕੇ ਉਨ ਫੌਜਾਂ ਪਿੱਛੇ ਚੜਾ ਦਿੱਤੀਆਂ ਸਿੱਖਾਂ ਦੇ। ਸੋ ਦਸਤੋ ਸਿੰਘਨ ਲਿਓ ਲੂਟ। ਉਹ ਜਿਹੜਾ ਦਸਤਾ ਕਈ ਹਜ਼ਾਰ ਫੌਜੀ ਸਿੱਖਾਂ ਨੂੰ ਮਾਰਨ ਚੱਲੇ ਸੀਗੇ, ਸਿੰਘਾਂ ਨੇ ਉਹਨਾਂ ਨੂੰ ਵੀ ਲੁੱਟ ਲਿਆ। ਜਿਹੜੇ ਉਹਨਾਂ ਦੇ ਉੱਤੇ ਹਮਲਾਵਰ ਹੋ ਕੇ ਆ ਰਹੇ ਸਨ, ਖਾਲਸੇ ਨੇ ਗੁਰੀਲਾ ਲੜਾਈ ਦੇ ਨਾਲ ਛਾਪੇ ਮਾਰ ਕੇ ਅਬਦਾਲੀ ਦੀ ਫੌਜ ਦੇ ਸੈਂਕੜੇ ਹਜ਼ਾਰਾਂ ਘੋੜੇ ਖੋਹ ਲਏ। ਰਾਤ ਦਿਵਸ ਮੈਂ ਕਰਤੇ ਛੂਟ। ਦਿਨ ਰਾਤ ਸਿੰਘ ਹੱਲਾ ਮਾਰ ਜਾਂਦੇ ਸਨ, ਕਦੀ ਸ਼ਾਮ, ਕਦੀ ਸਵੇਰ, ਕਦੀ ਰਾਤ, ਕਦੀ ਦੁਪਹਿਰ। ਜਦੋਂ ਦਾ ਲੱਗਦਾ ਸਿੰਘ ਅਬਦਾਲੀ ਦੀ ਫੌਜ ਨੂੰ ਬਰਬਾਦ ਕਰ ਰਹੇ ਸਨ। ਗਿਲਜੇ ਮੁੱਦੇ ਹੋ ਕੇ ਪਾਵੇਂ। ਔਰ ਗਿਲਜਿਆਂ ਨੂੰ ਜਦੋਂ ਪਿੱਛੇ ਗਿਲਜੇ ਪੈਂਦੇ ਸਨ, ਸਿੱਖਾਂ ਦੇ ਜੰਗਲਾਂ ਵਿੱਚ ਜਾ ਵੜਦੇ ਸਨ। ਸਿੰਘ ਕੋੜੇ ਚੜ ਲੈ ਨੱਠ ਜਾਵੇਂ। ਸਿੰਘ ਘੋੜਿਆਂ ਦੇ ਚੜ ਕੇ ਜੰਗਲਾਂ ਦੇ ਭੇਤੀ ਸਨ, ਜੰਗਲਾਂ 'ਚ ਲੁਕ ਜਾਂਦੇ, ਲੱਭਦੇ ਨਹੀਂ ਸਨ ਅਬਦਾਲੀ ਦੀ ਫੌਜ ਨੂੰ। ਸਾਏ ਸੁਣਿਓ ਬਹੁਤ ਰਿਸਾਇਆ। ਅਬਦਾਲੀ ਨੂੰ ਜਦੋਂ ਇਸ ਗੱਲ ਦਾ ਪਤਾ ਲੱਗਦਾ ਕਿ ਸਿੱਖ ਤਾਂ ਬਾਜ ਨਹੀਂ ਆਉਂਦੇ, ਸਿੱਖ ਹਟਦੇ ਨਹੀਂ ਲੜਨ ਤੋਂ, ਸਿੱਖ ਸਾਡੀ ਈਨ ਨਹੀਂ ਮੰਨਦੇ, ਅਬਦਾਲੀ ਗੁੱਸੇ ਨਾਲ ਲਾਲ ਪੀਲਾ ਹੋ ਗਿਆ। ਸਿੰਘਾਂ ਨੇ ਉੱਪਰ ਕਰਨ ਚੈ ਧਾਇਆ। ਉਹ ਖਾਲਸੇ ਪੰਥ ਨੂੰ ਖਤਮ ਕਰਨ ਲਈ ਵੱਡਾ ਭਾਰੀ ਹੱਲਾ ਕਰਨ ਦੀਆਂ ਸੋਚਾਂ ਸੋਚਣ ਲੱਗਾ। ਸ਼ਾਹੂ ਕਹਿ ਚੜ ਜੰਗਲ ਦੌੜੈ। ਅਬਦਾਲੀ ਕਹਿੰਦਾ ਕਿ ਸਿੱਖ ਚੜ ਕੇ ਜੰਗਲਾਂ 'ਚ ਲੁਕ ਜਾਂਦੇ ਨੇ। ਵਜ਼ੀਰ ਕਹੀਂ ਹਮ ਦੌੜ ਹੋਏ ਹੋਰੈ। ਵਜ਼ੀਰ ਕਹਿਣ ਲੱਗਾ ਕਿ ਅਸੀਂ ਸਿੱਖਾਂ ਨੂੰ ਦੌੜਨ ਨਹੀਂ ਦੇਵਾਂਗੇ। ਹੁਣ ਮਝੈਲ ਸਿੰਘ ਉਹਾਂ ਕਈ ਹਜ਼ਾਰ। ਮਝੈਲ ਮਾਝੇ ਵਾਲੇ ਕਈ ਹਜ਼ਾਰ ਸਿੰਘ ਹਨ, ਜਿਨ੍ਹਾਂ ਵਿੱਚ ਜੱਸਾ ਸਿੰਘ ਆਲੂਵਾਲੀਆ, ਚੜ੍ਹਤ ਸਿੰਘ ਸੂਕਰ ਚੱਕੀਆ, ਜੈ ਸਿੰਘ ਕਨਈਆ, ਜੱਸਾ ਸਿੰਘ ਰਾਮਗੜੀਆ, ਇਸੇ ਤਰ੍ਹਾਂ ਹੋਰ ਮਿਸਲਾਂ ਦੇ ਨਕਈ ਮਿਸਲਾਂ ਵਾਲੇ, ਕਨਈਆ ਮਿਸਲ, ਰਾਮਗੜੀਆ ਮਿਸਲ, ਡੱਲੇ ਵਾਲੀਆਂ ਦੀ ਮਿਸਲ, ਸ਼ਹੀਦਾਂ ਨਿਹੰਗਾਂ ਸਿੰਘਾਂ ਦੀ ਮਿਸਲ, ਸਾਰੀਆਂ ਜਿਹੜੀਆਂ ਮਿਸਲਾਂ ਹਨ। ਚੰਗੇ ਕੋੜਿਓ ਬੰਦੂਕਨ ਵਾਰ। ਇਹ ਜਿਹੜੇ ਚੰਗੇ ਘੋੜ ਸਵਾਰ ਤੇ ਬੰਦੂਕਚੀ ਲੜਾਕੇ ਸਿੱਖ ਹਨ। ਬਿਨ ਪਾਣੀ ਹਮ ਮਰੇ ਪਿਆਸੇ। ਉਹ ਆਪਾਂ ਸਿੱਖਾਂ ਨੂੰ ਘੇਰਨਾ ਹੈ, ਲੜਾਕਿਆਂ ਨੂੰ ਮਾਰਨਾ ਹੈ, ਪਰ ਜੰਗਲ 'ਚ ਜੇ ਚਲੇ ਗਏ ਤੇ ਉੱਥੇ ਸਾਨੂੰ ਤੰਗੀ ਆਵੇਗੀ, ਪਾਣੀ ਨਹੀਂ ਮਿਲੇਗਾ। ਕਿਉਂਕਿ ਮਾਲਵਾ ਦੇਸ਼ ਨੂੰ ਪਹਿਲਾਂ ਜੰਗਲ ਕਹਿੰਦੇ ਸਨ। ਬਠਿੰਡੇ ਦਾ ਇਲਾਕਾ, ਇਸੇ ਤਰ੍ਹਾਂ ਅੱਗੇ ਬੀਕਾਨੇਰ ਤੱਕ ਜੰਗਲ ਹੀ ਜੰਗਲ। ਜੇ ਸਿੱਖ ਉਧਰ ਚਲੇ ਗਏ ਤਾਂ ਫਿਰ ਸਿੱਖ ਸਾਨੂੰ ਕਾਬੂ ਨਹੀਂ ਆਉਣਗੇ ਸਾਡੇ, ਕਿਉਂਕਿ ਉੱਥੇ ਪਾਣੀ ਨਹੀਂ ਮਿਲਦਾ, ਸਾਡੀ ਫੌਜ ਪਿਆਸੀ ਮਰ ਜਾਏਗੀ। ਹਮਕੋ ਮਾਰੇ ਦੇਖੈ ਤਰਾਸੇ। ਉਥੇ ਇਹ ਲੜਾਕੀਆਂ ਮਿਸਲਾਂ ਜਿਹੜੀਆਂ ਸਿੱਖਾਂ ਦੀਆਂ ਨੇ ਬੜੀ ਬੁਰੀ ਤਰ੍ਹਾਂ ਸਾਨੂੰ ਮਾਰਨਗੀਆਂ ਜੇ ਉੱਥੇ ਗਏ ਉਹਨਾਂ ਦੇ ਪਿੱਛੇ। ਉਹ ਹੈ ਭੂਮੀਏ ਹਮ ਪਰਦੇਸੀ। ਫੌਜ ਦੇ ਵਜ਼ੀਰ ਕਹਿਣ ਲੱਗੇ, ਜਰਨਲ ਕਹਿਣ ਲੱਗੇ ਬਾਦਸ਼ਾਹ ਅਬਦਾਲੀ ਨੂੰ ਕਿ ਉਹ ਭੂਮੀਏ ਜ਼ਿਮੀਂਦਾਰ ਜੱਟ ਹਨ, ਪੰਜਾਬ ਦੇ ਰਹਿਣ ਵਾਲੇ, ਉਹਨਾਂ ਨੂੰ ਪਿੰਡਾਂ ਦਾ, ਰਸਤਿਆਂ ਦਾ ਤੇ ਇੱਥੋਂ ਦੀ ਬੋਲੀ ਦਾ, ਇੱਥੋਂ ਦੇ ਰਹਿਣ ਸਹਿਣ ਦਾ ਤਜਰਬਾ ਹੈ। ਉਹਨਾਂ ਦੀਆਂ ਰਿਸ਼ਤੇਦਾਰੀਆਂ ਨੇ ਮਾਝੇ ਵਾਲਿਆਂ ਦੀਆਂ ਮਾਲਵੇ 'ਚ, ਮਾਲਵੇ ਵਾਲੇ ਦੀਆਂ ਮਾਝੇ ਵਿੱਚ। ਇਹ ਸਾਰੇ ਇੱਕ ਦੂਜੀ ਦੇ ਨਾਲ ਮਿਲਦੇ ਨੇ, ਗੁਰੂ ਨੂੰ ਮੰਨਣ ਵਾਲੇ ਨੇ। ਅਸੀਂ ਪਰਦੇਸੀ ਹਾਂ, ਸਾਡੀ ਇੱਥੇ ਦਾਲ ਨਹੀਂ ਗਲਣੀ ਮਾਲਵੇ ਦੇਸ਼ ਵਿੱਚ। ਰਲ ਮਾਰੇ ਹਮ ਉਨਕੋ ਖੇਸੀ। ਉਹਨਾਂ ਨੂੰ ਅਸੀਂ ਕਿਵੇਂ ਮਾਰੀਏ, ਮਾਲਵੇ ਵਿੱਚ ਮਾਰਨਾ ਔਖਾ ਹੈ। ਦੋਹਰਾ ਕੂੜੈ ਰੂੜੈ ਚਿੰਤਾ ਜੂੜੈ, ਸੋਚੋ ਯੂੰ ਪਛਤਾਏ। ਇਹ ਤਾਂ ਸਾਧ ਸੰਗਤ ਜੀ ਕੁੜੈ ਮਨ ਵਿੱਚ ਕੁੜਦੇ ਨੇ, ਅਬਦਾਲੀ ਦੇ ਜਰਨੈਲ ਤੇ ਅਬਦਾਲੀ ਦੇ ਅਫਸਰ, ਅਬਦਾਲੀ ਵੀ, ਤੇ ਚਿੰਤਾ 'ਚ ਰੁੜਦੇ ਜਾਂਦੇ ਨੇ।
ਕੋਈ ਸਮਝ ਨਹੀਂ ਆਉਂਦੀ ਕਿ ਸਿੱਖਾਂ ਦਾ ਕੀ ਇਲਾਜ ਕੀਤਾ ਜਾਵੇ, ਸਿੱਖ ਨੂੰ ਕਿਵੇਂ ਕਾਬੂ ਆਉਣ। ਸਿੱਖ ਸਾਡੇ ਕਬਾਬ ਦੇ ਵਿੱਚ ਇੱਕ ਕੰਡਾ ਫਸ ਕੇ ਬਣ ਕੇ ਗਲ ਦੀ ਕਬਾਬ ਦੀ ਹੱਡੀ ਬਣ ਕੇ ਬੈਠੇ ਹਨ। ਇਹਨਾਂ ਨੂੰ ਖਤਮ ਕਰਨਾ ਜ਼ਰੂਰੀ ਹੈ। ਦੱਖਣਪੁਰ ਮੈਂ ਲੂਟੀ ਸੁਧ ਸਿੰਘਣ ਦਈ ਗਵਾ। ਮੈਂ ਦੱਖਣ ਪੂਰਬ ਲੁੱਟ ਲਿਆ। ਦੱਖਣ ਭਾਵ ਮਰੱਟੇ ਲੁੱਟ ਲਏ। ਪੂਰਬ ਤੋਂ ਭਾਵ ਮੈਂ ਜਿਹੜੇ ਬੰਗਾਲ ਤੱਕ ਦੇ ਰਾਜੇ ਮਹਾਰਾਜੇ ਨਵਾਬ ਲੁੱਟ ਲਏ। ਦੂਰ ਦੂਰ ਤੱਕ ਮੈਂ ਫਤਿਹ ਕਰ ਲਿਆ ਮੋਰਚਾ। ਹਿੰਦੁਸਤਾਨ ਸਾਰਾ ਫਤਿਹ ਕਰ ਲਿਆ। ਪਰ ਸਿੱਖਾਂ ਨੇ ਮੇਰੀ ਮੱਤ ਮਾਰੀ ਹੋਈ ਹੈ। ਸਿੱਖਾਂ ਨੇ ਮੇਰੀ ਸੁੱਧ ਬੁੱਧ ਗਵਾਈ ਹੋਈ ਹੈ। ਚੌਪਈ ਵੈ ਮੂਰਖ ਯੋਂ ਲਖੇ ਨਾ ਬਾਤ। ਸੋ ਪਰ ਮੂਰਖ ਅਬਦਾਲੀ ਨੂੰ ਇਸ ਗੱਲ ਦਾ ਪਤਾ ਨਹੀਂ ਹੈ ਪੰਥ ਬਲੀ ਕੇ ਉਹ ਹਮ ਕਿਮ ਘਾਤ। ਕਿ ਪੰਥ ਜਿਹੜਾ ਹੈ ਇੱਕ ਬਲੀ ਪੁਰਸ਼ ਨੇ ਪੈਦਾ ਕੀਤਾ ਹੈ। ਉਹ ਬਲੀ ਪੁਰਸ਼ ਕੌਣ ਹੈ? ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਕਲਗੀਧਰ ਪਾਤਸ਼ਾਹ। ਐਵੇਂ ਸਾਧ ਸੰਗਤ ਜੀ ਇਹ ਕੋਈ ਸਿਆਸੀ ਸਟੰਟਬਾਜ਼ੀ ਨਹੀਂ ਸੀ। ਜਿਵੇਂ ਕੋਈ ਸਿਆਸੀ ਪਾਰਟੀ ਬਣ ਜਾਵੇ ਤੇ ਉਹਨੂੰ ਦਾ ਢਾਣਾ ਸੌਖਾ ਹੁੰਦਾ, ਪਰ ਜਿਹੜਾ ਕਰਤੇ ਪੁਰਖ ਦੀ ਖੇਡ ਦੇ ਨਾਲ ਅਕਾਲ ਪੁਰਖ ਕੇ ਬਚਨ ਸਿਓ ਪ੍ਰਗਟ ਚਲਾਇਓ ਪੰਥ। ਅਕਾਲ ਪੁਰਖ ਦੇ ਬਚਨ ਨਾਲ ਆਗਿਆ ਭਈ ਅਕਾਲ ਕੀ ਤਬੈ ਚਲਾਇਓ ਪੰਥ। ਅਕਾਲ ਪੁਰਖ ਦੀ ਆਗਿਆ ਨਾਲੇ ਪੰਥ ਚੱਲਿਆ। ਕਰਤੇ ਪੁਰਖ ਨੇ ਇਸ ਪੰਥ ਦੀ ਆਗਿਆ ਦਿੱਤੀ, ਹੁਕਮ ਦਿੱਤਾ। ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਧਰਤੀ ਤੇ ਆਏ, ਉਹਨਾਂ ਨੇ ਖਾਲਸਾ ਸਾਜਿਆ। 10 ਪਾਤਸ਼ਾਹੀ ਲੜਤ ਬਿਤਾਈ। 10 ਪਾਤਸ਼ਾਹੀਆਂ 10ਵੇਂ ਪਾਤਸ਼ਾਹ ਤੱਕ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਜੰਗਾਂ ਯੁੱਧਾਂ 'ਚ ਸਮਾਂ ਲੰਘਿਆ। ਪਹਿਲੀ ਜੰਗ ਤਾਂ ਗੁਰੂ ਨਾਨਕ ਸਾਹਿਬ ਨੇ ਲੜੀ ਹੈ। ਆਖੋ ਸ੍ਰੀ ਵਾਹਿਗੁਰੂ। ਗੁਰੂ ਨਾਨਕ ਸਾਹਿਬ ਨੇ ਕੀ ਜੰਗ ਲੜੀ ਹੈ? ਉਹਨਾਂ ਨੇ ਬਾਬਰ ਨੂੰ ਜਾਬਰ ਕਹਿ ਦਿੱਤਾ ਮੂੰਹ ਦੇ ਉੱਤੇ। ਇੱਕ ਜਾਬਰ ਬਾਦਸ਼ਾਹ, ਜ਼ਾਲਮ ਬਾਦਸ਼ਾਹ, ਤੇ ਉਹਦੇ ਮੂੰਹ ਤੇ ਇੱਕ ਫਕੀਰ, ਇੱਕ ਸਾਧੂ, ਜਿਹਦੇ ਕੋਲ ਕੋਈ ਹਥਿਆਰ ਨਹੀਂ, ਜਿਹਦੇ ਕੋਲ ਕੋਈ ਫੌਜ ਨਹੀਂ। ਭਾਈ ਬਾਲਾ ਮਰਦਾਨਾ ਹੀ ਨਾਲ ਸਨ ਕੀਰਤਨ ਕਰਨ ਵਾਲੇ। ਤੇ ਗੁਰੂ ਨਾਨਕ ਸਾਹਿਬ ਕਹਿੰਦੇ ਤੂੰ ਬਾਬਰ ਨਹੀਂ, ਤੂੰ ਜਾਬਰ ਹੈ। ਫਿਰ ਹਮਾਯੂ ਗੁਰੂ ਅੰਗਦ ਸਾਹਿਬ ਕੋਲ ਆਇਆ, ਮਿੰਨਤਾਂ ਕੀਤੀਆਂ, ਰਾਜ ਮੰਗਿਆ। ਅਕਬਰ ਗੁਰੂ ਅਮਰਦਾਸ ਜੀ ਕੋਲ ਆਇਆ। ਤੇ ਫਿਰ 6ਵੇਂ ਪਾਤਸ਼ਾਹ ਤੋਂ ਸਿੱਧੀ ਜੰਗ ਸ਼ੁਰੂ ਹੋ ਗਈ। ਤੋ 10 ਪਾਤਸ਼ਾਹੀਆਂ ਦੀ ਇਸ ਸਰਕਾਰ ਨਾਲ ਟੱਕਰ ਰਹੀ ਹੈ ਕਿਸੇ ਨਾ ਕਿਸੇ ਰੂਪ ਵਿੱਚ, ਸਮੇਂ ਅਨੁਸਾਰ। ਹਾਂਜੀ। ਇਨਕੀ ਜੜ ਨਿਤ ਹੋਵੇ ਸੁਵਾਈ। ਮੂਰਖ ਅਬਦਾਲੀ ਜਾਣਦਾ ਨਹੀਂ ਇਹ ਖਾਲਸੇ ਪੰਥ ਦੀ ਜੜ ਪਤਾਲ ਤੱਕ ਡੂੰਘੀ ਲੱਗੀ ਹੋਈ ਹੈ। ਇਹਦੀਆਂ ਨੀਹਾਂ ਦਾ ਜਿਹੜਾ ਸਿੱਖੀ ਦਾ ਮਹਿਲ ਹੈ ਉਹ ਬਾਬਾ ਜੋਰਾਵਰ ਸਿੰਘ ਸਾਹਿਬ ਜੀ ਤੇ ਬਾਬਾ ਫਤਿਹ ਸਿੰਘ ਜੀ ਦੇ ਸੀਸ ਦੇ ਉੱਤੇ ਉਸਰਿਆ ਹੋਇਆ ਹੈ। ਹਾਂਜੀ। ਲੜਤੇ ਮਰਤੇ ਵਧਤੇ ਜਾਹੇ। ਜਿੰਨੇ ਇਹ ਸਿੰਘ ਲੜਨਗੇ ਮਰਨਗੇ ਓਨੇ ਵਧਣਗੇ। ਇਹ ਬੇਲ ਇਹੋ ਜਿਹੀ ਜਿੰਨੀ ਵੱਢੀਏ ਓਨੀ ਵੱਧਦੀ ਹੈ। ਬੋਲੋ ਕਿਸ ਤੇ ਨਾਏ ਖਪਾਹੇ। ਇਹ ਪੰਥ ਖਾਲਸਾ ਮੁੱਢੋਂ ਖਤਮ ਨਹੀਂ ਹੋਇਆ, ਇਹਨੂੰ ਕੋਈ ਖਤਮ ਨਹੀਂ ਕਰ ਸਕਦਾ। ਜਿਮ ਕਾਟੇ ਤੇ ਫਲੇ ਗੁਲਾਬ। ਜਿਵੇਂ ਗੁਲਾਬ ਨੂੰ ਜਿੰਨਾ ਕੱਟੀਏ ਨਾ, ਗੁਲਾਬ ਦੇ ਬੂਟੇ ਨੂੰ, ਓਨਾ ਜ਼ਿਆਦਾ ਉਹ ਫਲਦਾ ਫੁੱਲਦਾ ਹੈ। ਤਿਵੇਂ ਵਾਦੇ ਪਾਏ ਅਜਾਬ। ਇਹ ਖਾਲਸਾ ਵੀ ਦੁੱਖਾਂ ਨਾਲ ਵੱਧਦਾ ਹੈ। ਜਿੰਨੀਆਂ ਮੁਸੀਬਤਾਂ ਆਉਂਦੀਆਂ ਸਿੱਖਾਂ ਦੇ ਉੱਤੇ, ਉਹਨੇ ਸਿੱਖ ਬਹਾਦਰ ਹੁੰਦੇ ਆ, ਦਲੇਰ ਹੁੰਦੇ ਆ, ਤੇ ਹਰ ਮੁਸੀਬਤ ਨਾਲ ਲੜ ਕੇ ਇਹ ਵੱਧ ਜਾਂਦੇ। ਹਾਂਜੀ। ਤੋਹਰਾ ਸਿੰਘ ਮਾਲਵੇ ਵੜ ਰਹਿ ਲੈ ਪਲੀਏ ਖਰੀਸੋ ਖਾ। ਉਸ ਵੇ ਖਾਲਸਾ ਮਾਲਵੇ 'ਚ ਰਹਿੰਦਾ ਜ਼ਿਆਦਾਤਰ, ਪਰਿਵਾਰ ਬੱਚੇ, ਜਿੱਥੇ ਜੋ ਪੱਲੇ ਪੈਂਦਾ ਉਹ ਖਾ ਕੇ ਪੇਟ ਗੁਜ਼ਾਰਾ ਕਰਦੇ, ਕਿਤੇ ਰੁੱਖੀ ਕਿਤੇ ਮਿੱਸੀ। ਕਈ ਇਹੋ ਜਿਹੇ ਸਮੇਂ ਆਉਂਦੇ ਸਿੰਘਾਂ ਨੂੰ ਸਾਧ ਸੰਗਤ ਜੀ, ਕਈ ਹਫ਼ਤੇ ਰੋਟੀ ਨਹੀਂ ਸੀ ਮਿਲਿਆ ਕਰਦੀ। ਬਸ ਕਦੀ ਅਲੂਣਾ ਸਾਗ ਖਾ ਲਿਆ, ਕਦੀ ਪੱਤੇ ਉਬਾਲ ਕੇ ਖਾ ਲਏ, ਕਦੀ ਕੱਚੇ ਹੀ ਖਾ ਲਏ। ਤੇ ਇਹੋ ਜਿਹਾ ਸਮਾਂ ਸੀ ਸਿੰਘਾਂ ਦੇ ਉੱਤੇ। ਬਿਨ ਲੂਟੇ ਹਮ ਕਿਉਂ ਬਚੈ ਯੋ ਮਿਲ ਕਰੈ ਸਲਾ। ਜੋ ਕੁਝ ਪੱਲੇ ਹੁੰਦਾ ਸੀ ਉਹਦੇ ਨਾਲ ਖਰੀਦ ਕੇ ਵੀ ਖਾਂਦੇ ਸਨ, ਪਰ ਪੱਲੇ ਕਿੰਨਾ ਕੁ ਚਿਰ 50-50 ਹਜ਼ਾਰ 40-40 ਹਜ਼ਾਰ ਫੌਜ ਹੋਵੇ ਸਿੰਘਾਂ ਦੀ, ਤੇ ਖਰੀਦ ਕੇ ਕੀ ਖਾਣਗੇ? ਕਿੰਨਾ ਕੁ ਚਿਰ ਖਾਣਗੇ? ਇੱਕ ਦਿਨ ਵਿੱਚ ਹੀ ਕਈ ਹਜ਼ਾਰਾਂ ਰੁਪਈਆਂ ਦਾ ਖਰਚਾ ਫੌਜ ਦਾ ਹੋ ਜਾਂਦਾ। ਤੇ ਉਹ ਇੰਨੀ ਮਾਇਆ ਹੁੰਦੀ ਨਹੀਂ ਸੀ, ਨਾ ਕੋਈ ਮੁਲਕ ਸੀ, ਨਾ ਕੋਈ ਖਾਲਸੇ ਦੇ ਕੋਲ ਜਗੀਰ ਸੀ। ਬਸ ਸਰਕਾਰੀ ਖਜ਼ਾਨਿਆਂ ਵਿੱਚੋਂ ਲੁੱਟਣ ਤੋਂ ਬਿਨਾਂ ਹੋਰ ਕੋਈ ਚਾਰਾ ਨਹੀਂ ਸੀ। ਇਹੀ ਸਲਾਹ ਕਰਨੀ ਪੈਂਦੀ ਸੀ ਕਿ ਅਬਦਾਲੀ ਦੇ ਤੇ ਮੁਗਲਾਂ ਦੇ ਖਜ਼ਾਨੇ ਲੁੱਟੀਏ। ਚੌਪਈ
ਮਿਲਖਾ ਸੇ ਦੀਵਾਨ ਲਗਾਇਆ। ਹੁਣ ਖਾਲਸੇ ਨੇ ਦੀਵਾਨ ਲਾਇਆ, ਗੁਰਮਤਾ ਕੀਤਾ। ਸਾਰਾ ਪੰਥ ਜਦੋਂ ਕੋਈ ਸਮਾਂ ਹੁੰਦਾ ਸੀ ਬਿਕਤਾ ਵਾਲਾ, ਉਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ 'ਚ ਸਿੰਘ ਗੁਰਮਤਾ ਕਰਿਆ ਕਰਦੇ ਸਨ। ਚੜਨੇ ਕੋ ਸਮ ਉਦਮ ਕਰਾਇਆ। ਤੇ ਫਿਰ ਸਾਰਾ ਖਾਲਸਾ ਇਕੱਠਾ ਹੋ ਕੇ ਜੋ ਵੀ ਮਤਾ ਕਰਦਾ ਸੀ ਉਹਦੇ ਤੇ ਸਿੰਘ ਸਾਰੇ ਜਥੇਬੰਦੀਆਂ ਸਾਰੀਆਂ ਅਮਲ ਕਰਦੀਆਂ ਸਨ। ਲੂਟਨ ਖਾਨ ਕੋ ਡੇਰਾ ਤੁਰਾਇਆ। ਸਾਧ ਸੰਗਤ ਜੀ, ਖਾਨ ਅਹਿਮਦ ਸ਼ਾਹ ਅਬਦਾਲੀ ਦਾ ਡੇਰਾ ਲੁੱਟਣ ਦੀ ਖਾਲਸੇ ਨੇ ਸਲਾਹ ਕਰ ਲਈ। ਵੱਡਾ ਹੌਸਲਾ ਰੱਖਿਆ ਵੀ ਉਹ ਤਾਂ ਸਾਰੀ ਦੁਨੀਆ ਨੂੰ ਲੁੱਟਦਾ, ਆਪਾਂ ਗਰੀਬ ਥੋੜਾ ਲੁੱਟਣੇ ਨੇ, ਜ਼ਾਲਮ ਨੂੰ ਲੁੱਟਣਾ। ਖਾਨ ਯਾਨੀ ਅਹਿਮਦ ਸ਼ਾਹ ਅਬਦਾਲੀ ਦੇ ਖਾਨਾਂ ਨੂੰ, ਅਹਿਮਦ ਸ਼ਾਹ ਅਬਦਾਲੀ ਨੂੰ ਚੈਲੰਜ ਕਰਨ ਦੀ ਸਿੰਘਾਂ ਨੇ ਸਲਾਹ ਕੀਤੀ। ਸਰਹੰਦ ਗਿਰਦ ਚੜ ਸ਼ੋਰ ਮਚਾਇਆ। ਜੈਨ ਖਾਨ ਸਰਹੰਦ ਦਾ ਸੂਬੇਦਾਰ ਹੈ, ਉਹ ਪਠਾਨ ਹੈ, ਤੇ ਸਰਹੰਦ ਸਾਡੀ ਹੈ। ਸਰਹੰਦ ਗੁਰੂ ਕਲਗੀਧਰ ਪਾਤਸ਼ਾਹ ਨੇ ਕਿਹਾ ਉਜਾੜ ਦੇਣੀ ਹੈ, ਤੇ ਆਪਾਂ ਪਠਾਣਾ ਕੋਲੋਂ ਜੋ ਕੁਝ ਸਰਹੰਦ ਚੋਂ ਮਿਲਦਾ ਪਹਿਲਾਂ ਉਹ ਲੁੱਟੀਏ। ਸਿੰਘਾਂ ਨੇ ਸਰਹੰਦ ਲੁੱਟਣ ਦੇ ਲਈ ਫਿਰ ਤਿਆਰੀ ਕਰ ਲਈ। ਜੈਨਾ ਕੇਰ ਵਿੱਚ ਸੈਰ ਵਡਾਇਓ। ਜਦੋਂ ਖਾਲਸੇ ਦੀ ਫੌਜਾਂ ਚੜੀਆਂ, ਉਸ ਵੇਲੇ ਜੈਨ ਖਾਨ ਲੁਕ ਗਿਆ ਸਰਹੰਦ ਦੇ ਅੰਦਰ ਜਾ ਕੇ। ਡੇਰਾ ਮੋੜ ਮਲੇਰੇ ਟਿਗਲਾਇਓ। ਸਿੰਘਾਂ ਨੇ ਵੇਖਿਆ ਵੀ ਇਹ ਤਾਂ ਹੁਣ ਆਕੀ ਹੋ ਗਿਆ ਅੰਦਰ ਕਿਲੇ ਦੇ, ਇਦਾਂ ਤਾਂ ਲੜਾਈ ਹੋਣੀ ਨਹੀਂ, ਐਵੇਂ ਘੇਰਾ ਪਾ ਕੇ ਬੈਠੇ ਰਾਂਗੇ। ਸਿੰਘਾਂ ਨੇ ਉੱਥੋਂ ਡੇਰਾ ਚੁੱਕਿਆ ਤੇ ਰਾਏਕੋਟ, ਮਲੇਰਕੋਟਲੇ ਦੇ ਲਾਗੇ, ਜਿਹੜਾ ਜਗਰਾਵਾਂ ਰਾਏਕੋਟ ਤੇ ਮਲੇਰਕੋਟਲੇ ਦਾ ਇਲਾਕਾ ਹੈ, ਇੱਥੇ ਖਾਲਸਾ ਆ ਕੇ ਬੈਠ ਗਿਆ। ਕੋਈ ਕਹੈ ਲਿਹੋ ਮਲੇਰ ਸੋ ਮਾਰ। ਸਿੰਘਾਂ ਵਿੱਚ ਫਿਰ ਗੱਲਾਂ ਚੱਲ ਪਈਆਂ। ਕਈ ਸਿੰਘ ਕਹਿੰਦੇ ਮਲੇਰਕੋਟਲਾ ਹੀ ਫਤਿਹ ਕਰ ਲਈਏ। ਨਿਤ ਨਿਤ ਕੀ ਹੋਏ ਅਲਖ ਬਿਡਾਰ। ਇਹ ਮਲੇਰਕੋਟਲੀਏ ਬੜੇ ਵੈਰੀ ਨੇ ਖਾਲਸੇ ਦੇ, ਇਹ ਤੰਗ ਕਰਦੇ ਨੇ ਪਠਾਣਾ। ਵੈਸੇ ਹਾ ਦਾ ਨਾਰਾ ਤਾਂ ਮਾਰਿਆ ਉਹਨਾਂ ਨੇ ਗੁਰੂ ਸਾਹਿਬ 10ਵੇਂ ਪਾਤਸ਼ਾਹ ਦੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਵੇਲੇ, ਉਹ ਸਿਰਫ ਉਹਨੇ ਇਸ ਕਰਕੇ ਮਾਰਿਆ ਵੀ ਇਹ ਬੱਚੇ ਹਨ, ਬੱਚੇ ਨਾ। ਬਾਕੀ ਉਹ ਸਿੱਖਾਂ ਦੇ ਮਿੱਤਰ ਨਹੀਂ ਸਨ। ਚਮਕੌਰ ਤੇ ਜੰਗ ਵਿੱਚ ਜਿਹੜਾ ਨਾਹਰ ਖਾਂ ਮਰਿਆ ਗੁਰੂ ਸਾਹਿਬ ਦੇ ਹੱਥੋਂ, ਉਹਦਾ ਭਰਾ ਸੀ ਸਕਾ। ਗੈਰਤ ਖਾਨ ਵੀ ਉਹਦਾ ਭਰਾ ਸੀ। ਜਿਹੜਾ ਸਾਰੀ ਫੌਜ ਦਾ ਜਰਨਲ ਖਵਾਜਾ ਮਹਿਮੂਦ ਅਲੀ, ਉਹ ਵੀ ਉਹਦਾ ਭਰਾ ਸੀ। ਤੇ ਖੁਦ ਸ਼ੇਰ ਮੁਹੰਮਦ ਵੀ ਉਹ ਲੜਾਈ ਲੜਨ ਚਮਕੌਰ ਗੁਰੂ ਸਾਹਿਬ ਦੇ ਖਿਲਾਫ ਹੀ ਗਿਆ ਹੋਇਆ ਸੀ। ਤੋ ਇਹ ਮੁੱਢ ਤੋਂ ਹੀ ਸਿੱਖਾਂ ਦੇ ਨਾਲ ਵੈਰ ਕਰਦੇ ਆਏ। ਕਈ ਸਿੰਘ ਵਿੱਚੋਂ ਕਹਿਣ ਲੱਗੇ ਆਪਾਂ ਇਹਨਾਂ ਦਾ ਵੀ ਭੋਗ ਪਾਈਏ, ਮਲੇਰਕੋਟਲੇ ਵਾਲਿਆਂ ਨੂੰ ਵੀ ਫਤਿਹ ਕਰੀਏ। ਕੋਈ ਕਹੈ ਇਹ ਮਰੇ ਅਬਾਹੀ। ਸਿੰਘਾਂ ਨੇ ਆਖਿਆ, ਕਈ ਸਿੰਘ ਕਹਿੰਦੇ ਨਹੀਂ ਏਦਾਂ ਨਹੀਂ ਮਾਰਨਾ ਇਹਨਾਂ ਨੂੰ। ਕਉ ਕਹੈ ਇਹ ਮਰਤੀ ਅਬ ਨਾਹੀ। ਕਈ ਕਹਿੰਦੇ ਨਹੀਂ ਇਹ ਨਹੀਂ ਮਰਨ ਲੱਗੇ ਸਾਡੇ ਤੋਂ। ਗੁਰਬਚਨੀ ਪਈ ਰਛਿਆ ਯਾਹੀ। ਗੁਰੂ ਸਾਹਿਬ ਦਾ ਬਚਨ ਹੈ, ਮਲੇਰਕੋਟਲੇ ਦੀ ਜੜ ਰਹਿ ਜਾਏਗੀ। ਇਸ ਕਰਕੇ ਕਹਿੰਦੇ ਗੁਰੂ ਬਚਨ ਇਹਨਾਂ ਦੀ ਰੱਖਿਆ ਕਰਦਾ ਹੈ। ਸੋ ਖਾਲਸਾ ਜੀ ਜਦੋਂ ਸਨ 47 ਦਾ ਵੀ ਸਮਾਂ ਆਇਆ ਤਾਂ ਬਾਬਾ ਜੀ ਕਥਾ 'ਚ ਦੱਸਦੇ ਹੁੰਦੇ ਆ, ਉਹ ਕਹਿੰਦੇ ਵੀ ਇੱਕ ਵਾਰੀ 47 'ਚ ਸਾਰੇ ਸਿੰਘ ਇਕੱਠੇ ਹੋਏ ਮਲੇਰਕੋਟਲੇ ਨੂੰ ਲੁੱਟਣ ਵਾਸਤੇ। ਤੁਰ ਪਏ ਹਥਿਆਰ ਲੈ ਕੇ, ਡਾਂਗਾਂ ਸੋਟੇ, ਬਰਛੇ, ਗੰਡਾਸੀਆਂ, ਬੰਦੂਕਾਂ ਲੈ ਕੇ। ਜਦੋਂ ਮਲੇਰਕੋਟਲੇ ਦੀ ਹੱਦ 'ਚ ਵੜੇ ਤੇ ਮਨ ਬਦਲ ਗਏ ਸਾਰਿਆਂ ਦੇ। ਕਹਿੰਦੇ ਨਹੀਂ ਇੱਥੇ ਨਹੀਂ ਕਿਸੇ ਨੂੰ ਮਾਰਨਾ। ਕਹਿੰਦੇ ਦੇਖੋ ਇਹ ਖੇਡ ਹੀ ਹੈ ਗੁਰੂ ਸਾਹਿਬ ਦੀ। ਮਲੇਰਕੋਟਲੇ ਜਦੋਂ ਵੀ ਸਿੰਘ ਚੜ੍ਹਦੇ ਸਨ, ਬਾਬਾ ਬੰਦਾ ਬਹਾਦਰ ਜਾਣ ਲੱਗਾ ਮਨ ਬਦਲ ਗਿਆ। ਜੇ ਬਾਅਦ ਵਿੱਚ ਸਿੰਘ ਦਲਾਂ ਦੇ ਸਿੰਘ ਆਉਂਦੇ ਸਨ, ਬੁੱਢਾ ਦਲ, ਤਰਨਾ ਦਲ, ਮਲੇਰਕੋਟਲੇ ਵੱਲ ਜਾਂਦੇ, ਫਿਰ ਰਹਿਮ ਆ ਜਾਂਦਾ। ਕਹਿੰਦੇ ਨਹੀਂ ਇਹਨਾਂ ਨੂੰ ਨਹੀਂ ਮਾਰਨਾ। ਗੁਰੂ ਦਾ ਬਚਨ ਚੇਤੇ ਆ ਜਾਂਦਾ ਸੀ। ਹਾਂਜੀ, ਸੋ ਬਾਤ ਕੁਹਾ ਬਣ ਆਈ। ਉੱਥੇ ਉਹ ਗੱਲ ਸਿੰਘਾਂ ਨੂੰ ਯਾਦ ਆ ਗਈ ਵੀ ਸਤਿਗੁਰਾਂ ਨੇ ਕਿਹਾ ਸੀ ਮਲੇਰਕੋਟਲੇ ਵਾਲੇ ਦੀ ਜੜ ਹਰੀ ਰਵੇਗੀ। ਹਾਂਜੀ, ਦੋਰਾ ਜਬੈ ਪਠਾਨਨ ਇਮ ਸੁਣੀ ਯੋ ਸਿੰਘਨ ਕਰੀ ਸਲਾਹ। ਜਦੋਂ ਮਲੇਰਕੋਟਲੇ ਵਾਲੇ ਨੂੰ ਪਤਾ ਲੱਗਾ ਵੀ ਸਿੰਘ ਮਲੇਰਕੋਟਲੇ ਦੇ ਨੇੜੇ ਆਏ ਬੈਠੇ ਆ ਤੇ ਕਿਤੇ ਸਾਨੂੰ ਮਾਰ ਹੀ ਨਾ ਲੈਣ, ਹਮਲਾ ਹੀ ਨਾ ਕਰ ਦੇਣ, ਉਹਨਾਂ ਨੇ ਆਪਸ ਵਿੱਚ ਫਟਾਫਟ ਸਲਾਹ ਕੀਤੀ। ਮਲੇਰਕੋਟਲੇ ਦੇ ਪਠਾਣਾ ਨੇ ਲਿਆਏ ਜੈ ਨੇ ਸਰਹੰਦ ਤੇ ਰਾਤੋ ਰਾਤ ਦੁੜਾ। ਰਾਤੋਂ ਰਾਤ ਇਹਨਾਂ ਨੇ ਜੈਨ ਖਾਨ ਨੂੰ ਸਰਹੰਦ ਤੋਂ ਲੈ ਆਂਦਾ। ਸਿੰਘ ਤਾਂ ਉਹਨਾਂ ਦਾ ਲਿਹਾਜ਼ ਕਰੀ ਜਾਂਦੇ ਆ ਤੇ ਉਹ ਨਹੀਂ ਕਰ ਰਹੇ, ਉਹ ਨਹੀਂ ਟਲਦੇ ਆਪਣੀ ਆਈ। ਉਹਨਾਂ ਨੇ ਸਰਹੰਦ ਦੇ ਸੂਬੇ ਜੈਨ ਖਾਨ ਨੂੰ ਲੈ ਆਂਦਾ ਰਾਤੋਂ ਰਾਤ।
ਚੌਪਈ ਔਸ਼ਾ ਪੈ ਗਏ ਹਲਕਾਰੇ। ਇਧਰ ਸਰਹੰਦ ਤੋਂ ਜੈਨ ਖਾਨ ਨੂੰ ਸੱਦਿਆ, ਉਧਰ ਲਾਹੌਰ ਅਹਿਮਦ ਸ਼ਾਹ ਅਬਦਾਲੀ ਕੋਲ ਵੀ ਰਾਤੋਂ ਰਾਤ ਬੰਦੇ ਭੇਜ ਦਿੱਤੇ। ਸਿੰਘ ਆਏ ਹੈ ਦਾਏ ਹਮਾਰੇ। ਅਬਦਾਲੀ ਨੂੰ ਦੱਸਿਆ ਕਿ ਸ਼ਹਿਨਸ਼ਾਹ ਸਿੰਘ ਸਾਡੇ ਦਾ ਥੱਲੇ ਆ ਗਏ ਬੁਰੀ ਤਰ੍ਹਾਂ। ਇੱਕ ਤਾਂ ਸਿੱਖਾਂ ਦੀਆਂ ਮਿਸਲਾਂ ਸਾਰੀਆਂ, ਸਾਰੇ ਹੀ ਸਰਦਾਰ ਜਿਹੜੇ ਮੋਹਰੀ ਨੇ ਉਹ ਇੱਕੋ ਵਾਰੀ ਕੜਿੱਕੀ 'ਚ ਇਕੱਠੇ ਫਸ ਗਏ ਹੈ। ਜੱਸਾ ਸਿੰਘ ਆਲੂਵਾਲੀਆ ਵੀ ਹੈ, ਜੱਸਾ ਸਿੰਘ ਰਾਮਗੜੀਆ ਵੀ ਹੈ, ਕਨਈਆ ਜੈ ਸਿੰਘ ਵੀ ਵਿੱਚੇ ਹੈ, ਇਸੇ ਤਰ੍ਹਾਂ ਸ਼ਾਮ ਸਿੰਘ ਨਾਰਲੀ ਵਾਲਾ ਵੀ ਨਾਲ ਹੈ, ਤੇ ਬਾਕੀ ਜਿਹੜੇ ਵੱਡੇ ਵੱਡੇ ਸਿੱਖਾਂ ਦੇ ਮੁਖੀ ਨੇ ਚੜ੍ਹਤ ਸਿੰਘ ਸੂਕਰ ਚੱਕੀਆ, ਸਾਰੇ ਇਕੱਠੇ ਨੇ ਔਰ ਬੁਰੀ ਤਰ੍ਹਾਂ ਫਸ ਗਏ ਨੇ। ਨਾਲ ਉਹਦੇ ਟੱਬਰ ਵੀ ਨੇ, ਬੱਚੇ ਵੀ ਨੇ। ਔਰ ਜੇ ਆਪਾਂ ਹੁਣ ਮਾਰ ਲਈਏ ਤਾਂ ਸਿੱਖਾਂ ਦਾ ਸਦਾ ਲਈ ਭੋਗ ਪੈ ਸਕਦਾ ਹੈ। ਹਾਮਿਤ ਵੱਲ ਤੇ ਰਾਖੈ ਘੇਰ। ਅੰਦਰ ਖਾਤੇ ਰਾਤੋਂ ਰਾਤ ਇਹਨਾਂ ਨੇ ਸਲਾਹ ਮਲੇਰਕੋਟਲੇ ਵਾਲਿਆਂ ਨੇ ਬਣਾਈ ਕਿ ਅਸੀਂ ਇਹਨਾਂ ਸਿੱਖਾਂ ਨੂੰ ਅੱਗੋਂ ਦੀ ਰੋਕ ਕੇ ਰੱਖਾਂਗੇ, ਘੇਰ ਕੇ ਰੱਖਾਂਗੇ। ਇੱਧਰੋਂ ਜੈਨ ਖਾਂ ਸਾਡੇ ਨਾਲ ਹੈ, ਅਸੀਂ ਜਿਹੜੀ ਫੌਜ ਸਾਡੇ ਕੋਲ ਮਲੇਰਕੋਟਲੇ ਦੀ ਹੈ, ਅਸੀਂ ਸਿੱਖਾਂ ਨੂੰ ਅੱਗੇ ਨਹੀਂ ਵਧਣ ਦਿਆਂਗੇ। ਪਿੱਛੋਂ ਤੁਸੀਂ ਲੁਧਿਆਣੇ ਵਾਲੇ ਪਾਸਿਓਂ, ਲਾਹੌਰ ਵਾਲੇ ਪਾਸਿਓਂ ਦੀ ਆਓ, ਇਹਨਾਂ ਤੇ ਹੱਲਾ ਬੋਲੋ, ਘੇਰ ਕੇ ਮਾਰ ਦਈਏ। ਤੁਮ ਇਨ ਮਾਰੋ ਹੋਤ ਸਵੇਰ। ਬਸ ਦੇਰ ਨਾ ਕਰੋ, ਕਿਤੇ ਨਿਕਲ ਨਾ ਜਾਣੇ। ਜੇ ਤੁਸੀਂ ਇੱਕ ਦੋ ਦਿਨ ਵੀ ਲੇਟ ਕਰ ਦਿੱਤਾ ਤੇ ਇਹ ਸਮਝੋ ਸਾਡੀ ਮਾਰ ਚੋਂ ਅੱਗੇ ਮਾਲਵੇ ਦੇਸ਼ ਨੂੰ ਨਿਕਲ ਜਾਣਗੇ, ਬਰਨਾਲੇ ਵੱਲ ਨੂੰ ਜਾਂ ਬਠਿੰਡੇ ਵੱਲ ਨੂੰ। ਫਿਰ ਇਹ ਸਾਡੇ ਕਾਬੂ ਨਹੀਂ ਆਉਣਗੇ, ਤੇ ਇਹ ਸੁਨਹਿਰੀ ਮੌਕਾ ਹੱਥੋਂ ਨਾ ਗਵਾਓ। ਹਮ ਤੁਮ ਮਿਲਨ ਜਾਨਾ ਦੇਹ। ਮਲੇਰਕੋਟਲੇ ਵਾਲਿਆਂ ਨੇ ਲਿਖਿਆ ਅਹਿਮਦ ਸ਼ਾਹ ਅਬਦਾਲੀ ਨੂੰ ਕਿ ਅਸੀਂ ਤੇ ਤੁਸੀਂ ਰਲ ਕੇ ਸਿੱਖਾਂ ਨੂੰ ਜਾਣ ਨਹੀਂ ਦਿੰਦੇ। ਇਹ ਕਾਗਜ਼ ਹਮ ਬਰਸੇ ਮੇਹ। ਇਹ ਕਾਗਜ਼ ਸਮਝੋ ਤੁਸੀਂ ਸਾਡੇ ਵਾਸਤੇ, ਉਸ ਤੁਹਾਨੂੰ ਲਿਖ ਕੇ ਭੇਜ ਰਹੇ ਆ। ਇਹ ਬਹੁਤ ਵੱਡਾ ਸਮਾਂ ਹੈ, ਸੁਨਹਿਰੀ ਮੌਕਾ ਹੈ। ਇਹ ਸਮਝੋ ਸਾਡੇ ਲਈ ਖੁਸ਼ੀ ਦੀ ਬਰਸਾਤ ਹੋ ਰਹੀ ਹੈ, ਸਿੱਖਾਂ ਦੇ ਲਈ ਆਫਤ ਹੈ। ਜੇ ਤੁਸੀਂ ਛੇਤੀ ਆ ਜਾਓ ਤਾਂ। ਇਹ ਸੁਣ ਸਾਹੇ ਲਾਹੌਰੋਂ ਚੜਿਓ। ਇਹ ਸੁਣ ਕੇ ਅਬਦਾਲੀ ਵੀ ਬੜੀ ਛੇਤੀ ਨਾਲ ਰਾਤੋਂ ਰਾਤ ਤਿਆਰੀਆਂ ਕਰਕੇ ਤੁਰ ਪਿਆ। ਡੇਰਾ ਆਣ ਜੰਡਿਆਲੇ ਕਰਿਓ। ਦੇਖੋ ਲਾਹੌਰ ਦਾ ਤੁਰਿਆ, ਜੰਡਿਆਲੇ ਆ ਕੇ ਰਾਤ ਕੱਟੀ। ਇੰਨਾ ਤੇਜ਼ੀ ਨਾਲ ਤੁਰਿਆ, ਉੱਥੋਂ ਲਾਹੌਰ ਤੋਂ ਅੰਮ੍ਰਿਤਸਰ ਵੀ ਟੱਪ ਆਇਆ। ਦੂਜੋ ਕਰਾ ਤਲਵਨ ਕਹਿ ਪਾਹੇ। ਦੂਜਾ ਡੇਰਾ ਉਹਨੇ ਤਲਵਣ ਕੋਲ ਕੀਤਾ। ਸਿੰਘਨ ਕੋ ਕਛ ਖਬਰ ਨਾ ਆਹੇ। 2 ਦਿਨਾਂ ਵਿੱਚ ਲਾਹੌਰੋਂ ਤਲਵਣ ਆ ਗਿਆ ਤੇ ਸਿੰਘਾਂ ਨੂੰ ਅਜੇ ਕੋਈ ਪਤਾ ਨਹੀਂ ਲੱਗਾ। ਸਿੰਘਨ ਡੇਰਾ ਕੂਚ ਕਰਾਇਆ। ਜਦੋਂ ਸਿੰਘ ਆਪਣੀ ਮੌਜ ਨਾਲ ਉੱਠ ਕੇ ਰਾਏਕੋਟ ਦੇ ਕੋਲੋਂ ਤੁਰੇ, ਰਾਏਪੁਰੋਂ ਗੁੱਜਰਵਾਲ ਤਕਾਇਆ। ਰਾਏਪੁਰ ਗੁੱਜਰਵਾਲ ਦਾ ਜਿਹੜਾ ਇਲਾਕਾ ਹੈ, ਸਿੰਘ ਉੱਥੇ ਕਿਸਾਨ ਗੁੱਜਰਵਾਲ, ਨਾਰੰਗਵਾਲ, ਫੱਲੇਵਾਲ, ਇਹ ਜਿਹੜੇ ਇਲਾਕੇ ਹਨ। ਦੋਹਰਾ ਸ਼ਾਹਲਕਾਰੇ ਕਲ ਸੱਦੇ ਜੈਨਾ ਔਰ ਪਠਾਨ। ਅਬਦਾਲੀ ਨੇ ਉਧਰੋਂ ਹਲਕਾਰੇ ਪਹਿਲਾਂ ਭੇਜ ਦਿੱਤੇ ਸਰਹੰਦ ਤੋਂ। ਜੈਨ ਖਾਨ ਨੂੰ ਕਹਿਤਾ ਵੀ ਤਗੜੇ ਹੋ ਜਾਏ, ਜੇ ਹੁਣ ਮੈਂ ਆ ਰਿਹਾ, ਹੁਣ ਕਿਤੇ ਇਹ ਨਾ ਹੋਵੇ ਸ਼ਿਕਾਰ ਨਿਕਲ ਨਾ ਜਾਵੇ। ਤਗੜੇ ਹੋ ਜਾਓ, ਭਾਵੇਂ ਤੁਹਾਨੂੰ ਕਿੰਨੀ ਮਿਹਨਤ ਕਰਨੀ ਪਏ, ਮੈਂ ਬਸ ਕੱਲ ਤੱਕ ਪਹੁੰਚਿਆ ਸਮਝੋ। ਸਵੇਰੇ ਹਮ ਤੂੰ ਰਲ ਪਵੈ ਮਾਰੈ ਸਿੰਘਨ ਪਛਾਣ। ਬਸ ਕੱਲ ਸਵੇਰੇ, ਦਿਨ ਨਹੀਂ ਚੜ੍ਹਨ ਦੇਣਾ। 5 ਫਰਵਰੀ 1762 ਦੀ ਗੱਲ ਹੈ। ਕਹਿੰਦਾ ਸਵੇਰੇ ਦਿਨ ਨਹੀਂ ਚੜ੍ਹਨ ਦੇਣਾ, ਆਪਾਂ ਸਿੱਖਾਂ ਨੂੰ ਘੇਰ ਲੈਣਾ, ਦਿਨ ਚੜ੍ਹਦਿਆਂ ਨੂੰ ਮਾਰ ਮੁਕਾਣੇ ਨੇ। ਚੌਪਈ ਸੋ ਬਾਤ ਤਿੰਨ ਪ੍ਰਾਤੇ ਕਰੀ। ਇਹਨਾਂ ਨੇ ਤਿਆਰੀ ਕਰ ਲਈ, ਜੈਨ ਖਾਨ ਨੇ ਤੇ ਮਲੇਰਕੋਟਲੇ ਦੇ ਪਠਾਣਾ ਨੇ ਤੇ ਉਧਰੋਂ ਅਹਿਮਦ ਸ਼ਾਹ ਅਬਦਾਲੀ ਨੇ। ਆਏ ਖਾਲਸੇ ਖੋਟੀ ਘੜੀ। ਇਹ ਖਾਲਸੇ ਲਈ ਬੜੀ ਖੋਟੀ ਘੜੀ ਆ ਗਈ, ਇਹ ਦੁੱਖਾਂ ਦੀ ਘੜੀ ਆ ਗਈ, ਜਿਸ ਨੂੰ ਰਹਿੰਦੀ ਦੁਨੀਆ ਤੱਕ ਅਸੀਂ ਵੱਡਾ ਘੱਲੂਘਾਰਾ ਕਰਕੇ ਯਾਦ ਕਰਦੇ ਹਾਂ। ਹਾਂਜੀ। ਸਿੰਘ ਤੁਰੇ ਵੱਲ ਸੋਈ ਦਰਿਆਏ। ਸਿੰਘ ਦਰਿਆ ਵੱਲ ਤੁਰ ਪਏ। ਅੱਗਿਓਂ ਆਇਓ ਅਹਿਮਦ ਸ਼ਾਹੇ। ਅੱਗੋਂ ਅਹਿਮਦ ਸ਼ਾਹ ਅਬਦਾਲੀ। ਉਧਰ ਪਿਛਾ ਨੂੰ ਸਿੰਘ ਮੁੜਨ ਲੱਗੇ ਮਾਝੇ ਵੱਲ ਨੂੰ ਜਾਂ ਲੁਧਿਆਣੇ ਵੱਲ ਨੂੰ, ਤਾਂ ਅੱਗੋਂ ਅਬਦਾਲੀ ਆ ਪਿਆ। ਲਾਲ ਲਾਲ ਉਸ ਦਿਸੇ ਬਾਣਾ। ਉਹਨਾਂ ਨੇ ਲਾਲ ਕੱਪੜੇ ਪਾਏ ਹੋਏ ਤੇ ਬਸੰਤੀ ਪੱਗਾਂ ਬੰਨੀਆਂ ਹੋਈਆਂ, ਤਾਂ ਕਿ ਸਿੱਖਾਂ ਨੂੰ ਇਹ ਨਾ ਪਤਾ ਲੱਗੇ ਬਈ ਇਹ ਸਰੋਂ ਦੇ ਫੁੱਲ ਖਿੜੇ ਨੇ ਜਾਂ ਫੌਜ ਦੀਆਂ ਪੱਗਾਂ ਨੇ।
ਹਾਂਜੀ। ਸਿੰਘਨ ਕੇਸੂ ਫੂਲੇ ਜਾਣਾ। ਸਿੰਘ ਸਮਝਦੇ ਵੀ ਕੇਸੂ ਦੇ ਫੁੱਲ ਹੋਣਗੇ ਜਾਂ ਬਸ ਸਰੋਂ ਦੇ ਫੁੱਲ ਹੋਣਗੇ। ਜੇ ਹੋਤੇ ਤੋ ਸਿੰਘ ਸਿਆਣੇ। ਜੇ ਸਿੰਘ ਸਿਆਣੇ ਸਨ, ਵਿੱਚੋਂ ਸਮਝਦਾਰ ਸਨ, ਗਿਲਜੇ ਆਵਤ ਉਣੈ ਪਛਾਣੇ। ਉਹਨਾਂ ਨੇ ਪਛਾਣ ਲਿਆ। ਕਹਿੰਦੇ ਓਏ ਕੇਸੂ ਦੇ ਫੁੱਲ ਨਹੀਂ, ਦੁਸ਼ਮਣ ਆ ਗਿਆ ਜੀ। ਰੌਲਾ ਪੈ ਗਿਆ, ਹੱਲਾ ਮਚ ਗਿਆ, ਦੁਸ਼ਮਣ ਆ ਗਿਆ ਜੀ। ਹਾਂਜੀ। ਠਟਕ ਸਿੰਘ ਤੈ ਗਏ ਖਲੋਏ। ਸਿੰਘ ਠਠਕ ਗਏ, ਅੱਗੇ ਵੱਧਦੇ ਜਾ ਰਹੇ ਸਨ ਪਰਾਂ ਨੂੰ, ਸਤਲੁਜ ਨੂੰ ਵਾਪਸ ਮੁੜ ਪਏ। ਕਿਉਂਕਿ ਪਹਿਲਾਂ ਸਿੰਘਾਂ ਨੇ ਸੋਚਿਆ ਸੀ ਵੀ ਇੱਧਰ ਤੱਕ ਮਲੇਰਕੋਟਲੇ ਵਾਲੇ ਰਸਤਾ ਰੋਕ ਕੇ ਖੜੇ ਆ, ਇੱਧਰ ਜੈਨ ਖਾਂ ਖੜਾ ਹੈ, ਅਸੀਂ ਦੁਆਬੇ ਨੂੰ ਨਿਕਲ ਚਲੀਏ। ਪਰ ਉਹ ਦੁਆਬੇ ਨੂੰ ਕਿਵੇਂ ਨਿਕਲਦੇ, ਅੱਗੋਂ ਉਧਰੋਂ ਦੁਆਬੇ ਵੱਲੋਂ ਅਬਦਾਲੀ ਆ ਗਿਆ। ਹਾਂਜੀ। ਤੋਲੋ ਆਇਓ ਚਾਨਣ ਹੋਏ। ਇਹਨੇ ਨੂੰ ਸੂਰਜ ਚੜ੍ਹਨ ਵਾਲਾ ਚਾਨਣਾ ਹੋ ਗਿਆ। ਯਾਨੀ ਸਵੇਰ ਦਾ ਕੋਈ ਫਰਵਰੀ ਦੇ ਮਹੀਨੇ 'ਚ ਜਿਵੇਂ 5-6 ਵਜੇ ਦਿਨ ਚੜ੍ਹਦਾ, 6-7 ਵਜੇ, ਉਸ ਤਰ੍ਹਾਂ ਜਦੋਂ ਚਾਨਣਾ ਜਿਹਾ ਲੋਜ ਹੀ ਲੱਗੀ ਹੈ। ਆਏ ਗਿਲਜਨ ਨੇ ਘੋੜੇ ਰਲਾਏ। ਗਿਲਜਿਆਂ ਦੇ ਘੋੜੇ ਬੜੇ ਮਾਰੂ ਜੰਗੀ ਘੋੜੇ ਸਨ, ਆ ਕੇ ਖਾਲਸੇ ਦੇ ਆਲੇ ਦੁਆਲੇ ਹੋ ਗਏ। ਸਿੰਘਾਂ ਨੇ ਥੇ ਤੋੜੇ ਲਾਏ। ਸਿੰਘਾਂ ਨੇ ਆਪਣੀਆਂ ਬੰਦੂਕਾਂ ਵੀ ਅਜੇ ਤਿਆਰ ਨਹੀਂ ਸੀ ਕੀਤੀਆਂ ਹੋਈਆਂ। ਤੀ ਤਲਵਾਰਨ ਪਈ ਲੜਾਈ। ਇਸ ਕਰਕੇ ਤਲਵਾਰਾਂ ਦੇ ਤੀਰਾਂ ਨਾਲ ਹੀ ਜੰਗ ਸ਼ੁਰੂ ਹੋ ਗਿਆ। ਪਰੇ ਅਚਾਨਕ ਉਥੇ ਆਈ। ਅਚਾਨਕ ਆ ਗਿਆ ਨਾ ਅਬਦਾਲੀ ਚੜ੍ਹ ਕੇ, ਖਬਰ ਕੋਈ ਨਹੀਂ ਸੀ ਲੜਾਈ ਹੋਣੀ ਹੈ ਅੱਜ। ਹਾਂਜੀ। ਟੋਪੀ ਸਿੰਘ ਸੋ ਖੜਖੜ ਲੜੈ। ਫਿਰ ਵੀ ਸਿੰਘ ਰੋਜ਼ ਦੇ ਜੰਗੀ ਤਜਰਬੇ ਕੀਤੇ ਹੋਏ, ਰੋਜ਼ ਦਾ ਹੀ ਕੰਮ ਸੀ ਉਹਨਾਂ ਦਾ, ਇਸ ਕਰਕੇ ਖੜ ਖੜ ਕੇ ਦੁਸ਼ਮਣ ਨਾਲ ਲੜਨ ਲੱਗੇ। ਤੀਨ ਮਹਾਜਬ ਕਰ ਜੁਦੈ ਅੜੈ। ਬਸ ਗੁਰੂ ਕਲਗੀਧਰ ਦਾ ਭਰੋਸਾ, ਮਹਾਰਾਜ ਦਾ ਇਤਿਹਾਸ ਉਹਨਾਂ ਦੇ ਸਾਹਮਣੇ ਸੀ, ਪੁਰਾਤਨ ਸਿੰਘਾਂ ਦੇ ਕਾਰਨਾਮੇ ਯਾਦ ਕਰ ਕਰਕੇ ਸਿੰਘ ਲੜੀ ਜਾਂਦੇ। ਦੋਹਰਾ ਲੂਟਨ ਖੋਸਨ ਜੋਗੈ ਰਲ ਸੋ ਗਿਲਜਨ ਜਾ। ਸੋ ਸਾਧ ਸੰਗਤ ਜੀ, ਜਿਹੜੇ ਲੁੱਟਣ ਵਾਲੇ ਸਨ ਸਿੱਖਾਂ ਦੇ ਨਾਲ ਰਲੇ ਹੋਏ, ਸਿੱਖਾਂ ਦੀ ਫੌਜ ਦੇ ਵਿੱਚ ਕਈ ਲੁਟੇਰੇ ਵੀ ਟਾਈਮ ਪਾਸ ਕਰਦੇ ਸਨ, ਤੇ ਸਿੰਘਾਂ ਨੂੰ ਪਤਾ ਹੁੰਦਾ ਸੀ ਵੀ ਇਹ ਸਿਰਫ ਲੁੱਟਣ ਵਾਸਤੇ ਹੀ ਰਲੇ ਆ। ਪਰ ਦੁਸ਼ਮਣ ਨੂੰ ਡਰ ਹੁੰਦਾ ਫੌਜ ਜ਼ਿਆਦਾ ਦੇਖ ਕੇ, ਤੇ ਇਸ ਕਰਕੇ ਸਿੰਘ ਉਹਨਾਂ ਨੂੰ ਵੀ ਨਾਲ ਰੱਖਣਾ ਪੈਂਦਾ ਸੀ, ਮਜਬੂਰੀ ਹੁੰਦੀ ਸੀ। ਉਹ ਜਿਹੜੇ ਲੁਟੇਰੇ ਸਨ ਇੱਕਦਮ ਪਾਸਾ ਪਲਟ ਗਏ, ਸਿੱਖਾਂ ਵੱਲੋਂ ਨਿਕਲ ਕੇ ਅਬਦਾਲੀ ਦੀ ਫੌਜ ਜਾ ਰਲੇ। ਅਬਦਾਲੀ ਨੂੰ ਕਹਿਣ ਲੱਗੇ ਜੀ ਅਸੀਂ ਤਾਂ ਤੁਹਾਡੇ ਨਾਲ ਹੀ ਆ, ਸਿੱਖਾਂ ਨਾਲ ਲੜਾਂਗੇ ਅਸੀਂ। ਹਾਂਜੀ। ਤਿਨ ਕੀ ਸ਼ਾਮਤ ਆ ਪਈ ਤੇ ਉਨ ਦੇ ਖਪਾਏ। ਪਰ ਉਹ ਵੀ ਅਬਦਾਲੀ ਦੇ ਬੰਦਿਆਂ ਨੇ ਮਾਰ ਦਿੱਤੇ, ਨਾ ਇੱਧਰ ਦੇ ਰਹੇ ਨਾ ਉੱਧਰ ਦੇ। ਹਾਂਜੀ। ਚੌਪਈ ਲਗੋ ਖਾਲਸੋ ਕਰਨ ਲੜਾਈ। ਹੁਣ ਖਾਲਸਾ ਲੜਨ ਲੱਗਾ। ਮੋਹਰਿਓ ਦੀਨੋ ਬਹਿਰ ਮੁੜਾਈ। ਜਿਹੜੀ ਬਹੀਰ ਚੱਲੀ ਸੀ ਉਹ ਅੱਗੋਂ ਮੁੜ ਗਈ। ਸਿਰ ਮੁਹਰੀਆਂ ਕੈ ਪਰੀ ਲੜਾਈ। ਜਿਹੜੇ ਮੋਹਰੇ ਸਨ, ਅੱਗੇ ਸਨ, ਉਹਨਾਂ ਦੇ ਸਿਰ ਲੜਾਈ ਦਾ ਜ਼ੋਰ ਆ ਪਿਆ। ਹਾਂਜੀ। ਬਹੁਤ ਮਾਰਨ ਸਿੰਘਨ ਖਾਈ। ਉਹਨਾਂ ਅਗਲੇ ਸਿੰਘਾਂ ਨੂੰ ਬੜੀ ਮਾਰ ਖਾਣੀ ਪਈ, ਬਹੁਤ ਸਿੰਘ ਸ਼ਹੀਦ ਹੋਏ ਉੱਥੇ। ਮੁੜ ਮੁੜ ਸਿੰਘ ਇਕੱਤਰ ਪੈ। ਸਿੰਘ ਮੁੜ ਮੁੜ ਕੇ ਇਕੱਠੇ ਹੁੰਦੇ, ਵਾਰ-ਵਾਰ ਖਿੰਡਦੇ, ਜਦੋਂ ਖਿੰਡਣ ਲੱਗਦੇ ਤੇ ਫਿਰ ਜਥੇਦਾਰ ਰੌਲਾ ਪਾਉਂਦੇ ਇਕੱਠੇ ਹੋ ਜਾਓ, ਫਿਰ ਸਿੰਘ ਇਕੱਠੇ ਹੋ ਕੇ ਲੜਦੇ। ਗਿਲਜਾਂ ਸੋ ਸਿੰਘ ਲੜਨੇ ਟਹਿ। ਸਿੰਘਾਂ ਦੀ ਗਿਲਜਿਆਂ ਨਾਲ, ਅਬਠਾਣਾ ਦੇ ਨਾਲ ਲੜਾਈ ਗਹਿ ਗਚ ਹੋਣ ਲੱਗੀ। ਬੰਦੂਕਨ ਕਮਾਨ ਨੇਜੋ ਤਲਵਾਰ। ਇਹਨੇ ਨੂੰ ਸਿੰਘਾਂ ਨੇ ਬੰਦੂਕਾਂ ਵੀ ਪਿਛਲੇ ਸਿੰਘਾਂ ਨੇ ਤਿਆਰ ਕਰ ਲਈਆਂ, ਜੇ ਕਿਸੇ ਕੋਲ ਕੋਈ ਸ਼ਸਤਰ ਸੀ ਉਹ ਤਿਆਰ ਕਰ ਲਿਆ, ਬੰਦੂਕਾਂ, ਬਰਛੇ, ਨੇਜੇ ਸੰਭਾਲ ਲਏ। ਲਗੀ ਦੋ ਤਰਫੀ ਹੋਵਨ ਮਾਰ। ਦੋ ਤਰਫੀ ਮਾਰ ਮਚਣ ਲੱਗੀ। ਇਧਰੋਂ ਪਠਾਨ ਮਲੇਰਕੋਟਲੇ ਵਾਲੇ ਵੀ ਹੱਲਾ ਬੋਲਣ ਲੱਗੇ ਤੇ ਉਧਰੋਂ ਅਬਦਾਲੀ ਦੇ ਹੱਲੇ ਹੋਣ ਲੱਗੇ। ਹਰੋਲ ਸਿੰਘਨ ਤੇ ਲਬਿਓ ਸੰਭਾਰ। ਜਿਹੜੇ ਹਰੋਲ ਵਾਲੇ ਸਿੰਘ ਸਨ, ਭਾਵ ਘੋੜਸਵਾਰ, ਉਹਨਾਂ ਨੇ ਬੜੀ ਫੁਰਤੀ ਨਾਲ ਆਪਣੇ ਪਰਿਵਾਰਾਂ ਨੂੰ, ਆਪਣੇ ਬੱਚਿਆਂ ਨੂੰ ਇੱਕ ਥਾਂ ਤੇ ਇਕੱਠਾ ਕੀਤਾ। ਸਰਦਾਰਨ ਮਿਲ ਤਬ ਕੀਓ ਵਿਚਾਰ। ਜਥੇਦਾਰ ਬਾਬਾ ਜੱਸਾ ਸਿੰਘ ਜੀ ਸੁਲਤਾਨੁਲ ਕੌਮ, ਜਿਨ੍ਹਾਂ ਨੂੰ ਅਸੀਂ ਆਹਲੂਵਾਲੀਏ ਕਰਕੇ ਜਾਣਦੇ ਹਾਂ, ਸ਼੍ਰੋਮਣੀ ਪੰਥ ਅਕਾਲੀ ਬੁੱਢੇ ਦਲ ਦੇ ਵੱਡੇ ਜਥੇਦਾਰ ਮੰਨੇ ਜਾਂਦੇ ਸਨ। ਪੰਥ ਦੇ ਸਭ ਤੋਂ ਸ਼੍ਰੋਮਣੀ ਜਥੇਦਾਰ, ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ। ਦੂਸਰੇ ਸਨ ਚੜ੍ਹਤ ਸਿੰਘ ਸੂਕਰ ਚੱਕੀਆ, ਮਹਾਰਾਜਾ ਰਣਜੀਤ ਸਿੰਘ ਜੀ ਦਾ ਦਾਦਾ। ਸਰਦਾਰ ਹਰੀ ਸਿੰਘ ਭੰਗੀ, ਭੰਗੀਆਂ ਦੀ ਮਿਸਲ ਬਹੁਤ ਵੱਡੀ ਸੀ ਪੰਥ ਵਿੱਚ। ਤੇ ਚੌਥੇ ਸਨ ਜੱਸਾ ਸਿੰਘ ਰਾਮਗੜੀਆ, ਜੈ ਸਿੰਘ ਕਨਈਆ, ਇਸੇ ਤਰ੍ਹਾਂ ਡੱਲੇਵਾਲੀਆ, ਤਾਰਾ ਸਿੰਘ, ਸਾਰੇ ਜਥੇਦਾਰ ਜਿਹੜੇ ਸਨ। ਕਰੋ ਬਹੀਰ ਅਬ ਮਾਲਵੇ ਵੱਲ। ਸਲਾਹ ਸਾਰਿਆਂ ਨੇ ਕੀਤੀ। ਕਹਿੰਦੇ ਆਪੋ ਆਪਣੀਆਂ ਮਿਸਲਾਂ ਨੂੰ ਕਹਿ ਦਿਓ
ਆਪਣੇ ਆਪਣੇ ਲੋਕਾਂ ਨੂੰ ਵਹੀਰਾਂ ਨੂੰ ਕਹਿ ਦਿਓ ਵੀ ਆਪਾਂ ਹੁਣ ਦੁਆਬੇ ਵੱਲ ਨਹੀਂ ਜਾ ਸਕਦੇ, ਉਧਰ ਅਬਦਾਲੀ ਦੀ ਫੌਜ ਜ਼ਿਆਦਾ ਹੈ, ਅਸੀਂ ਪਿਛਾਂ ਫੇਰ ਮੁੜੀਏ ਮਾਲਵੇ ਵੱਲ ਨੂੰ, ਬਰਨਾਲੇ ਵੱਲ ਨੂੰ ਚੱਲੀਏ। ਵਕੀਲ ਮਲਿਅਨ ਕਈ ਸਦ ਗੱਲ। ਆਪਾਂ ਜਿਹੜੇ ਬਾਬੇ ਆਲਾ ਸਿੰਘ ਜੀ ਹਨ ਪਟਿਆਲੇ ਦੇ ਰਾਜੇ, ਮਲਵਈ ਰਾਜੇ, ਉਹਨਾਂ ਨੂੰ ਅਸੀਂ ਖਬਰ ਭੇਜੀਏ ਕਿ ਉਹ ਜਿਵੇਂ ਕਿਵੇਂ ਹੋਣ ਖਾਲਸੇ ਦੇ ਪਰਿਵਾਰਾਂ ਦੀ ਸੰਭਾਲ ਕਰਨ। ਚਲੋ ਮੋਹਰੇ ਲੱਗ ਆਪਣੇ ਦੇਸ਼। ਉਹਨਾਂ ਨੂੰ ਮਲਵਈਆਂ ਨੂੰ ਸੱਦ ਲਿਆ, ਜਿਹੜੇ ਮਲਵਈਆਂ ਦੇ ਵਕੀਲ ਸਨ, ਯਾਨੀ ਸਰਦਾਰ ਆਲਾ ਸਿੰਘ ਹੋਰਾਂ ਦੇ ਵਕੀਲ ਦਲ ਖਾਲਸੇ ਕੋਲ ਰਹਿੰਦੇ ਸਨ। ਉਹਨਾਂ ਨੂੰ ਬਾਬਾ ਜੱਸਾ ਸਿੰਘ ਕਹਿੰਦੇ ਵੀ ਤੁਸੀਂ ਅੱਗੇ ਲੱਗੋ, ਰਾਹ ਦੱਸੋ ਤੇ ਜਿਵੇਂ ਕਿਵੇਂ ਹੋਵੇ ਸਾਡੇ ਪਰਿਵਾਰਾਂ ਦੀ ਹਿਫਾਜ਼ਤ ਕਰਾਓ। ਵਹੀਰ ਚਲੋ ਲੈ ਮੋਰੇ ਬੇਸ। ਤੁਸੀਂ ਵਹੀਰ ਨੂੰ ਲੈ ਕੇ ਚੱਲੋ, ਜਿੰਨਾ ਛੇਤੀ ਹੋਵੇ ਦੁਸ਼ਮਣ ਦੇ ਘੇਰੇ ਚੋਂ ਬੱਚਿਆਂ ਨੂੰ ਤਾਂ ਬਾਹਰ ਕੱਢੀਏ। ਵਕੀਲ ਭਾਈ ਕਾ ਦਰਾਸੋ ਵਾਲਾ। ਸੋ ਭਾਈ ਕੇ ਦਰਾਜ ਵਾਲਾ ਵਕੀਲ ਸੀ ਭਾਈ ਭਗਤੂ ਜੀ ਦੇ ਪਰਿਵਾਰ ਵਿੱਚੋਂ। ਨਾਮ ਸੰਗੂ ਸਿੰਘ ਗੁਰੂ ਪਿਆਰਾ। ਉਹਦਾ ਨਾਮ ਸੀ ਭਾਈ ਸੰਗੋ ਸਿੰਘ। ਗੁਰੂ ਦਾ ਬੜਾ ਪ੍ਰੇਮੀ ਸੀ, ਕਿਉਂਕਿ ਉਹਨਾਂ ਦੇ ਵੱਡੇ ਭਾਈ ਭਗਤੂ ਜੀ, ਭਾਈ ਬਹਿਲੋ ਜੀ ਆਦਿ ਕੇ ਮਲਵਈ ਸਿੱਖ ਹੋਏ ਸਾਰੇ, ਜਿਨ੍ਹਾਂ ਨੇ ਪੰਜਵੀਂ ਪਾਤਸ਼ਾਹੀ ਗੁਰੂ ਅਰਜਨ ਦੇਵ ਜੀ ਤੋਂ ਹੀ ਬਹੁਤ ਸੇਵਾ ਕੀਤੀ। ਭਾਈ ਭਗਤੂ ਜੀ ਗੁਰੂ ਰਾਮਦਾਸ ਸਾਹਿਬ ਜੀ ਦੇ ਬਚਨ ਨਾਲ ਮਾਈ ਭਿੱਖਾਂ ਦੇ ਘਰ ਪੈਦਾ ਹੋਏ ਸਨ, ਜਿਹਨੇ ਆਖਿਆ ਸੀ ਸੋਨੇ ਦੀ ਮਧਾਣੀ ਹੋਵੇ ਪੋਤਰੇ ਨੂੰ ਦੁੱਧ ਰਿੜਕਦੀ ਵੇਖਾਂ, ਤੇ ਸਤਿਗੁਰੂ ਰਾਮਦਾਸ ਜੀ ਨੇ ਆਖਿਆ ਇਵੇਂ ਹੀ ਹੋਵੇਗਾ। ਸੋ ਭਗਤੂ ਦੇ ਪਰਿਵਾਰ ਵਿੱਚੋਂ ਭਾਈ ਬਹਿਲੋ ਸਾਹਿਬ ਜੀ, ਫਫੜੇ ਭਾਈ ਕੇ ਵਾਲੇ, ਹੋਰ ਜਿਹੜੇ ਮਲਵਈ ਸਿੱਖ ਸਨ, ਉਹਨਾਂ ਦੇ ਮੁਖੀ ਜਿਹੜੇ ਸਿੰਘ ਸਨ, ਉਹ ਪੰਥ ਦੀ ਮਦਦ ਲਈ ਆ ਗਏ। ਦੂਜੋ ਆਲਾ ਸਿੰਘ ਕੋਕਤਵਾਲ। ਦੂਜਾ ਸੀ ਆਲਾ ਸਿੰਘ ਦਾ, ਪਟਿਆਲੇ ਵਾਲੇ ਦਾ ਕੋਤਵਾਲ। ਨਾਮ ਸੇਖੂ ਸਿੰਘ ਹੰਬਲਵਾਲ। ਉਹਦਾ ਨਾਮ ਸੀ ਸੇਖੂ ਸਿੰਘ ਹੰਬਲਵਾਲ। ਸੇਖੂ ਸਿੰਘ ਨਾਮ ਸੀ, ਹੰਬਲਵਾਲ ਪਿੰਡ। ਉਹ ਹੰਬਲਵਾਲੀਆ ਸੇਖੂ ਸਿੰਘ ਜਿਹੜਾ ਆਲਾ ਸਿੰਘ ਦਾ ਕੋਤਵਾਲ ਸੀ, ਉਹ ਵੀ ਉਦੋਂ ਖਾਲਸੇ ਪੰਥ ਦੇ ਨਾਲ ਤੁਰਿਆ ਜਾ ਰਿਹਾ ਸੀ। ਬੁੱਢੇ ਸਿੰਘ ਭਾਈ ਕੋਤੀਓ। ਔਰ ਭਾਈ ਕੇ ਪਰਿਵਾਰ ਵਿੱਚੋਂ ਬੁੱਢਾ ਸਿੰਘ, ਭਾਈ ਭਗਤੂ ਜੀ ਦੇ ਪਰਿਵਾਰ ਵਿੱਚੋਂ। ਗਿਨ ਖਾਲਸੇ ਸੋ ਮੋਰੇ ਕੀਓ। ਇਹਨਾਂ ਨੂੰ ਸਿੰਘਾਂ ਨੇ, ਬਾਬਾ ਜੱਸਾ ਸਿੰਘ ਜੀ ਨੇ ਆਖਿਆ ਵੀ ਤੁਸੀਂ ਮੂਹਰੇ ਲੱਗੋ। ਸੇਖੂ ਸਿੰਘ, ਬੁੱਢਾ ਸਿੰਘ ਤੇ ਇਸੇ ਤਰ੍ਹਾਂ ਸੰਗੋ ਸਿੰਘ, ਇਹ ਸਾਰੇ ਮਲਵਈ ਸਿੱਖ ਜਿਹੜੇ ਸਨ, ਉਹ ਸਿੰਘਾਂ ਦੇ ਪਰਿਵਾਰਾਂ ਨੂੰ ਲੈ ਕੇ ਅੱਗੇ ਤੁਰ ਪਏ। ਦੋਹਰਾ ਤਿੰਨੇ ਜਨ ਕੱਪੜੇ ਬੰਦੇ ਬੈਰਕ ਜਿਮ ਕਰ ਲੀਨ। ਉਹਨਾਂ ਨੇ ਫਿਰ ਕੀ ਕੀਤਾ ਮਲਵਈਆਂ ਨੇ? ਉਹਨਾਂ ਨੇ ਬਰਛਿਆਂ ਦੇ ਨਾਲ, ਨੇਜਿਆਂ ਦੇ ਨਾਲ ਕੱਪੜੇ ਬੰਨ੍ਹ ਲਏ। ਕੱਪੜੇ ਬੰਨ੍ਹ ਕੇ ਤੇ ਉਹਨਾਂ ਕੱਪੜਿਆਂ ਨੂੰ ਨਿਸ਼ਾਨਾਂ ਦੀ ਤਰ੍ਹਾਂ, ਝੰਡਿਆਂ ਦੀ ਤਰ੍ਹਾਂ ਚੁੱਕ ਲਿਆ, ਨੇਜਿਆਂ ਨੂੰ, ਤੇ ਵਹੀਰ ਨੂੰ ਕਹਿ ਦਿੱਤਾ ਵੀ ਜਿੱਧਰ ਅਸੀਂ ਜਾਵਾਂਗੇ ਝੰਡਾ ਲੈ ਕੇ ਇਹਦੇ ਪਿੱਛੇ ਪਿੱਛੇ ਦੌੜੀ ਆਓ। ਉਹਦਾ ਮਲਵਈਆਂ ਨੇ, ਕਿਉਂਕਿ ਹੁਣ ਆਮ ਹਰ ਇੱਕ ਬੰਦੇ ਨੂੰ ਤਾਂ ਕਹਿਣਾ ਨਹੀਂ ਨਾ ਵੀ ਆਓ ਪਿੱਛੇ, ਲੱਖਾਂ ਹਜ਼ਾਰਾਂ ਸਿੰਘ ਸਨ, ਬੱਚੇ ਸਨ, ਬੀਬੀਆਂ ਸਨ। ਇੱਕ ਝੰਡਾ ਬਣਾ ਲਏ, ਝੰਡੇ ਬਣਾ ਕੇ ਵੀ ਇਹ ਜਿਹੜਾ ਝੰਡਾ ਹੈ ਵਹੀਰ ਦੇ ਵਾਸਤੇ ਹੈ, ਨਿਸ਼ਾਨ ਹੈ ਜਿਹੜਾ, ਇਹਦੇ ਪਿੱਛੇ ਪਿੱਛੇ ਮਲਵਈਆਂ ਨੇ ਝੰਡੇ ਜਿਹੜੇ ਸਨ ਅੱਗੇ ਅੱਗੇ ਕੱਢ ਲਏ, ਤੇ ਉਹਨਾਂ ਦੇ ਪਿੱਛੇ ਬੱਚੇ, ਬੀਬੀਆਂ, ਬੁੱਢੇ ਵਿਚਾਰੇ ਮੁਸੀਬਤ ਦੇ ਮਾਰੇ ਦੌੜਨ ਲੱਗੇ। ਵਹੀਰ ਮਗਰ ਤਿੰਨ ਹੋਏ ਤੁਰਿਓ ਮਾਲਵੇ ਵੱਲ ਜ਼ਮੀਨ। ਮਾਲਵੇ ਦੀ ਧਰਤੀ ਵੱਲ ਖਾਲਸੇ ਦੀਆਂ ਵਹੀਰਾਂ ਤੁਰ ਪਈਆਂ, ਬੱਚੇ, ਬੀਬੀਆਂ, ਬੁੱਢੇ, ਤੇ ਉਹ ਮਲਵਈ ਬੁੱਢਾ ਸਿੰਘ, ਸੰਗੂ ਸਿੰਘ, ਸੇਖੂ ਸਿੰਘ ਜਿਹੜੇ ਸਨ ਵਕੀਲ, ਉਹ ਅੱਗੇ ਅੱਗੇ ਤੁਰ ਪਏ। ਚੌਪਈ ਕਹਿ ਮਲਵਾਈ ਹਮ ਮਗਰੇ ਆਇਓ। ਮਲਵਈ ਕਹਿੰਦੇ ਤੁਸੀਂ ਸਾਡੇ ਮਗਰ ਆਇਆ ਜੀ। ਹਾਂਜੀ। ਉੱਚੇ ਕਹਿ ਬੋਲ ਸੁਨਾਇਓ। ਮਲਵਈਆਂ ਨੇ ਉੱਚੀ ਆਵਾਜ਼ ਵਿੱਚ ਕਹਿ ਦਿੱਤਾ ਸਾਰਿਆਂ ਨੂੰ ਵੀ ਸਾਡੇ ਮਗਰ ਚੱਲਣਾ ਹੈ ਤੁਸੀਂ। ਵਹੀਰ ਮਲਵਲੀਆਂ ਮਗਰ ਲਗ ਤੁਰਾ। ਸੋ ਸਾਧ ਸੰਗਤ ਜੀ, ਜਿਹੜੀ ਵਹੀਰ ਸੀਗੀ ਉਹ ਮਲਵਈ ਸਿੱਖਾਂ ਦੇ ਮਗਰ, ਸੇਖੂ ਸਿੰਘ ਵਕੀਲ ਦੇ ਮਗਰ ਤੁਰ ਪਈ। ਗਿਲਜੇ ਹਰੋਲ ਸਿੰਘਨ ਕੀਓ ਖਰਾ। ਤੇ ਸਿੰਘਾਂ ਨੇ ਜਿਹੜਾ ਅਬਦਾਲੀ ਦੀ ਫੌਜ ਦਾ ਮੁਕਾਬਲਾ ਸ਼ੁਰੂ ਕਰਤਾ। ਜਿਹੜੇ ਲੜਾਕੀ ਫੌਜ ਸੀ ਸਿੰਘਾਂ ਦੀ, ਉਹ ਫੌਜ ਪਿੱਛੇ ਰਹਿ ਗਈ ਵੀ ਅਸੀਂ ਅਬਦਾਲੀ ਨੂੰ ਰੋਕਾਂਗੇ। ਤੇ ਵਕੀਲਾਂ ਨੂੰ ਕਹਿਤਾ ਮਲਵਈਆਂ ਨੂੰ ਵੀ ਤੁਸੀਂ ਉਹਨੇ ਚਿਰ ਨੂੰ ਜਿੰਨਾ ਹੋ ਸਕਦਾ ਟੱਬਰਾਂ ਨੂੰ, ਬਾਲ ਬੱਚਿਆਂ ਨੂੰ ਲੈ ਕੇ ਦੌੜੋ। ਹਾਂਜੀ। ਦੋਹਰਾ ਬਹੀਰ ਕੋਸ ਦੋਏ ਤਿੰਨ ਗਇਓ ਤੂੰ ਆਗੇ ਪਰੇਰੀ ਪਿਓਰ। ਅਜੇ ਗੁਰੂ ਖਾਲਸੇ ਦਾ ਵਹੀਰ ਨਾਰੰਗਵਾਲ ਵਾਲੇ ਪਾਸਿਓਂ 2-3 ਕੋਹ ਹੀ ਤੁਰਿਆ ਸੀਗਾ।
ਕਿ ਅੱਗੋਂ ਦੀ ਮਲੇਰ ਕੋਟਲੇ ਤੇ ਜੈਨ ਖਾਂ ਦੀਆਂ ਫੌਜਾਂ ਰੋਕਣ ਲਈ ਆ ਗਈਆਂ। ਜੈਨਾ ਤੇ ਮਲੇਰੀਏ ਮਾਰੇ ਉਨੇ ਬੋਦੋਰ। ਜੈਨ ਖਾਂ ਨੇ ਤੇ ਮਲੇਰ ਕੋਟਲੇ ਵਾਲਿਆਂ ਨੇ ਸਿੱਖਾਂ ਦੇ ਵਹੀਰ ਤੇ ਬੀਬੀਆਂ ਤੇ ਬੱਚਿਆਂ ਤੇ ਬੁੱਢਿਆਂ ਤੇ ਅੰਨ੍ਹੇਵਾਹ ਗੋਲੀਆਂ ਚਲਾਣੀਆਂ ਸ਼ੁਰੂ ਕਰ ਦਿੱਤੀਆਂ। ਜੋ ਬਈ ਬਹੀਰ ਗਇਓ ਤੋ ਸੁਨੋ ਤੋ। ਉਸ ਵੇਲੇ ਵਹੀਰ ਦੇ ਨਾਲ ਕੋਈ ਬਹੁਤੀ ਫੌਜ ਨਹੀਂ ਸੀ ਲੜਾਕੀ ਖਾਲਸੇ ਦੀ, ਉਤੋ ਸਰਦਾਰ ਨੈ ਉਨ ਸੰਕੋ। ਤੇ ਨਾ ਹੀ ਕੋਈ ਜਰਨੈਲ ਸਿੰਘ ਸੀ, ਮੁਖੀ ਸਰਦਾਰ ਵੀ ਕੋਈ ਨਹੀਂ ਸੀ। ਅੱਗੇ ਬਹੀਰ ਉਨ ਲੀਨੋ ਘੇਰ। ਉਧਰੋਂ ਮਲੇਰ ਕੋਟਲੇ ਵਾਲੇ ਪਠਾਣਾ ਨੇ, ਸਰਹੰਦ ਦੇ ਜੈਨ ਖਾਂ ਨੇ ਉਹ ਵਹੀਰ ਲੁੱਗਾ ਸਮਝ ਕੇ ਘੇਰ ਲਿਆ। ਜਿਮ ਅਯੜ ਮੇ ਵੜ ਗਇਓ ਸ਼ੇਰ। ਜਿਵੇਂ ਭੇਡਾਂ ਦੇ ਇੱਜੜ ਦੇ ਵਿੱਚ ਸ਼ੇਰ ਵੜ ਕੇ ਬਰਬਾਦੀ ਕਰਦਾ ਹੈ, ਤਬਾਹੀ ਮਚਾ ਦਿੰਦਾ ਹੈ, ਕਿਉਂਕਿ ਉਹਦੀ ਰਾਖੀ ਕੌਣ ਕਰੇ। ਹੁਣ ਸ਼ੇਰ ਦਾ ਮੁਕਾਬਲਾ ਵਿਚਾਰੇ ਉਹ ਗਰੀਬ ਬੀਬੀਆਂ, ਬੱਚੇ, ਬੁੱਢੇ ਉਹ ਕੀ ਕਰ ਸਕਦੇ ਸਨ। ਉਹਨਾਂ ਨੇ ਕਤਲੇਆਮ ਸ਼ੁਰੂ ਕਰ ਦਿੱਤਾ। ਮਲੇਰ ਕੋਟਲੇ ਵਾਲੇ ਦੀਆਂ ਫੌਜਾਂ ਨੇ ਤੇ ਸਰਹੰਦ ਵਾਲੀਆਂ ਫੌਜਾਂ ਨੇ ਸਿੱਖਾਂ ਦੇ ਬੱਚੇ ਬੁੱਢੇ ਅੰਨ੍ਹੇਵਾਹ ਕਤਲ ਕਰਨੇ ਸ਼ੁਰੂ ਕਰ ਦਿੱਤੇ। ਬਹੁਤ ਲੋਕ ਉਨ ਕਤਲ ਕਰੈ। ਬਹੁਤ ਸਾਰੇ ਲੋਕ ਮਲੇਰ ਕੋਟਲੇ ਵਾਲਿਆਂ ਨੇ ਤੇ ਸਰਹੰਦ ਵਾਲਿਆਂ ਨੇ ਮਾਰ ਦਿੱਤੇ ਸਿੱਖਾਂ ਦੇ। ਬਚੇ ਬਹੀਰੀਏ ਮੁਰਦਲ ਰਲੇ। ਜਿਹੜੇ ਵਹੀਰ ਵਾਲੇ ਸਨ ਉਹ ਪਿਛਾਂ ਨੂੰ ਫੇਰ ਭੱਜ ਪਏ। ਜਿੰਨਾ ਕੋ ਵਿਚਾਰੇ ਅੱਗੇ ਗਏ ਸੀਗੇ ਉਹਨਾਂ ਦਾ ਸਫ਼ਰ ਫੇਰ ਪਿਛਾਂ ਨੂੰ ਕਰਨਾ ਪੈ ਗਿਆ। ਤਬੇ ਖਾਲਸੇ ਕਯੋ ਵਿਚਾਰ। ਜਦੋਂ ਵੇਖਿਆ ਸਿੰਘਾਂ ਨੇ ਵੀ ਸਾਡੀ ਵਹੀਰ ਭੱਜੀ ਆਉਂਦੀ ਹੈ, ਬਹੁਤ ਮੁਸ਼ਕਲ ਬਣ ਗਈ। ਫੇਰ ਸਿੰਘ ਇੱਧਰ ਲੜਨ ਕਿ ਵਹੀਰ ਨੂੰ ਬਚਾਣ, ਕੀ ਕਰਨ। ਵਿਚਾਰ ਕੀਤੀ ਖਾਲਸੇ ਨੇ। ਚਲੋ ਬਹੀਰ ਸੰਗੋ ਕਉ ਸਰਦਾਰ। ਫਿਰ ਬਾਬਾ ਜੱਸਾ ਸਿੰਘ, ਚੜ੍ਹਤ ਸਿੰਘ ਕਹਿਣ ਲੱਗੇ ਵੀ ਇਦਾਂ ਕਰੇ, ਕੁਝ ਸਿੰਘ ਆਪਾਂ ਵਹੀਰ ਦੇ ਨਾਲ ਤੋਰੀਏ ਜਿਹੜੇ ਵਹੀਰ ਨੂੰ ਬਚਾ ਕੇ ਲੈਣ, ਤੇ ਕੁਝ ਆਪਾਂ ਫੌਜ ਖੜ ਕੇ ਅਬਦਾਲੀ ਨਾਲ ਲੜੀਏ। ਦੋਹਰਾ ਜੱਸਾ ਸਿੰਘ ਸ਼ਾਮ ਸਿੰਘ ਇਹ ਹੋਤ ਤੇ ਬੰਨੇਵਾਲ। ਬਾਬਾ ਜੱਸਾ ਸਿੰਘ ਜੀ ਆਲੂ ਵਾਲੀਆ ਸੁਲਤਾਨੁਲ ਕੌਮ ਤੇ ਬਾਬਾ ਸ਼ਾਮ ਸਿੰਘ ਜੀ ਨਾਰਲੇ ਵਾਲੇ, ਇਹ ਦੋਵੇਂ ਬੰਨੇਵਾਲ ਭਾਵ ਇਹਨਾਂ ਨੇ ਇਕੱਠਾ ਹੀ ਅੰਮ੍ਰਿਤ ਛਕਿਆ ਸੀ, ਇੱਕੋ ਬਾਟੇ 'ਚ, ਤੇ ਭਰਾ ਬਣੇ ਹੋਏ ਸਨ। ਤੇ ਪੰਥ ਦੇ ਵਿੱਚ ਇਹਨਾਂ ਦਾ ਸਤਿਕਾਰ ਵੀ ਬੜਾ ਸੀ। ਇਹ ਦੋਵੇਂ ਇੱਕ ਦੂਜੀ ਨੂੰ ਗੁਰੂ ਭਾਈ ਤੇ ਭਰਾਵਾਂ ਤੋਂ ਵੱਧ ਕੇ ਪਿਆਰ ਕਰਦੇ ਸਨ। ਤਿਨਕੇ ਸਭ ਸਿੰਘਨ ਕਹਿਓ ਇਕ ਰਲੋ ਬਹੀਰੇ ਨਾਲ। ਇਹਨਾਂ ਨੂੰ ਸਾਰੇ ਖਾਲਸੇ ਨੇ ਕਿਹਾ ਵੀ ਤੁਸੀਂ ਵਹੀਰ ਦੇ ਨਾਲ ਚੱਲੋ। ਚੌਪਈ ਸਭ ਖਾਲਸੇ ਸਿਉ ਸ਼ਾਮ ਸਿੰਘ ਕਹਿਓ। ਬਾਬਾ ਸ਼ਾਮ ਸਿੰਘ ਬੋਲਿਆ, ਨਾਰਲੇ ਵਾਲਾ ਜਿਹੜਾ ਬਹੁਤ ਵੱਡਾ ਜਰਨੈਲ ਸੀ ਪੰਥ ਦਾ, ਉਹ ਕਹਿਣ ਲੱਗਾ, ਸਿੰਘੋ ਜੈਨ ਨਲੇਰੀ ਵੱਲ ਮੈਂ ਰਹਿਓ। ਮੈਂ ਜੈਨ ਖਾਂ ਤੇ ਮਲੇਰ ਕੋਟਲੇ ਨੂੰ ਸਾਂਭਾਂਗਾ, ਮੈਂ ਜੈਨ ਖਾਂ ਦੀ ਤੇ ਮਲੇਰ ਕੋਟਲੇ ਦੀ ਫੌਜ ਨਾਲ ਲੜਾਂਗਾ। ਤੀਨ ਤਰ ਤੁਮ ਸਭੇ ਨਿਭਿਓ। ਉਹ ਦੋ ਪਾਸੇ, ਉਹ ਪਾਸੇ ਦਾ ਫਿਕਰ ਛੱਡ ਦਿਓ ਤੁਸੀਂ, ਮੈਂ ਜੈਨ ਖਾਂ ਤੇ ਮਲੇਰ ਕੋਟਲੇ ਵਾਲੇ ਦੋਵਾਂ ਨੂੰ ਅੱਗੇ ਲਾਵਾਂਗਾ ਉਧਰ। ਪਰ ਪਿਛਲੇ 3 ਪਾਸੇ ਜਿਹੜੇ ਨੇ, ਜਿਹੜੀ 3 ਬਾਹੀਆਂ ਆਪਣੇ ਵਹੀਰ ਦੀਆਂ ਨੇ, ਉਹ ਤੁਸੀਂ ਬਚਾਇਆ ਜੇ। ਦੀਨ ਮਜਬ ਕੋ ਜੁਦ ਸੰਭਿਓ। ਇਹ ਦੀਨ ਮਜਬ ਦਾ ਯੁੱਧ ਸ਼ੁਰੂ ਹੋ ਗਿਆ ਖਾਲਸਾ ਜੀ। ਇਹ ਬੜੇ ਨਿਰਾਲੀ ਲੜਾਈ ਹੋਈ ਅੱਜ ਸਾਡੀ। ਹਾਂਜੀ, 100 ਖਾਲਸੇ ਨੇ ਮੰਨ ਲਿਓ। ਬਾਬਾ ਸ਼ਾਮ ਸਿੰਘ ਜੀ ਦੀ ਗੱਲ ਸਾਰੇ ਪੰਥ ਨੇ ਮੰਨ ਲਈ। ਤੁਰ ਤੂਨੇ ਵੱਲ ਸ਼ਾਮ ਸਿੰਘ ਗਇਓ। ਬਾਬਾ ਸ਼ਾਮ ਸਿੰਘ ਨਾਰਲੇ ਵਾਲਾ ਆਪਣੇ ਨਾਲ ਬੜੇ ਲੜਾਕੀ ਸਿੰਘਾਂ ਦੀ ਫੌਜ ਲੈ ਕੇ ਵਹੀਰ ਦੇ ਅਗਲੇ ਪਾਸੇ ਮਲੇਰ ਕੋਟਲੇ ਵਾਲਿਆਂ ਨਾਲ ਤੇ ਸਰਹੰਦ ਵਾਲਿਆਂ ਨਾਲ ਲੜਨ ਲਈ ਚਲਾ ਗਿਆ। ਰਹੀ ਮਿਸਲ ਨੋ ਸਾਇਸੋ ਵੱਲ। 9 ਮਿਸਲਾਂ ਜਿਹੜੀਆਂ ਸਨ ਉਹ ਅਬਦਾਲੀ ਨਾਲ ਪਿੱਛੇ ਲੜਨ ਦੀ ਰਹਿ ਗਈਆਂ। ਇੱਕ ਮਿਸਲ ਸ਼ਾਮ ਸਿੰਘ ਨਾਰਲੇ ਵਾਲੇ ਦੀ ਜਿਹੜੀ ਸੀ, ਬਾਅਦ ਵਿੱਚ ਕਰੋੜਾ ਸਿੰਘ ਮਿਸਲ ਇਹਨੂੰ ਕਹਿੰਦੇ ਆ। ਇਸੇ ਮਿਸਲ ਵਿੱਚ ਬਘੇਲ ਸਿੰਘ ਹੋਇਆ ਜਿਹਨੇ ਦਿੱਲੀ ਫਤਿਹ ਕੀਤੀ ਹੈ। ਉਹ ਸ਼ਾਮ ਸਿੰਘ ਦਾ ਹੀ ਸਮਝੋ ਪੋਤਾ ਚੇਲਾ ਸੀਗਾ। ਸੋ ਇਹ ਮਿਸਲ ਜਿਹੜੀ ਸੀ ਬਾਬੇ ਸ਼ਾਮ ਸਿੰਘ ਨਾਰਲੇ ਵਾਲੇ ਦੀ, ਇਹ ਅਬਦਾਲੀ ਨੂੰ ਛੱਡ ਕੇ ਮਲੇਰ ਕੋਟਲੇ ਵਾਲਿਆਂ ਨਾਲ ਲੜਨ ਲੱਗੀ ਅੱਗੇ ਜਾ ਕੇ। ਤੁਰਿਓ ਸ਼ਾਮ ਸਿੰਘ ਯੂੰ ਕਹਿ ਗੱਲ। ਸ਼ਾਮ ਸਿੰਘ ਬਾਕੀ ਸਿੰਘਾਂ ਨੂੰ ਕਹਿ ਗਿਆ ਵੀ ਤੁਸੀਂ ਅਬਦਾਲੀ ਨੂੰ ਰੋਕ ਕੇ ਰੱਖੋ ਤੇ ਮੈਂ ਵਹੀਰ ਨੂੰ ਲੈ ਕੇ
ਮਲੇਰਕੋਟਲੇ ਦੇ ਪਾਸੋਂ ਦੀ ਲੰਘਾਂਗਾ। ਆਪੋ ਆਪਣੇ ਧੋਸੇ ਬਜਾਇਓ, ਆਪਣੇ ਆਪਣੇ ਨਗਾਰੇ ਖਾਲਸੇ ਨੇ ਵਜਾ ਦਿੱਤੇ, ਨਿਸ਼ਾਨ ਪੈਰ ਕੀ ਸਾਥ ਰਖਾਇਓ, ਔਰ ਨਿਸ਼ਾਨ ਛਾਪ ਜਿਹੜੇ ਜੰਗੀ ਨਿਸ਼ਾਨ ਹਨ ਫਰਲਿਆਂ ਵਾਲੇ ਖੋਲ ਦਿੱਤੇ। ਪੈਰ ਜੋਰ ਫੌਜਨ ਕੋ ਜਹਾਂ, ਜਿੱਥੇ ਦੁਸ਼ਮਣ ਦੀ ਫੌਜ ਦਾ ਜ਼ੋਰ ਪੈ ਰਿਹਾ ਸੀ, ਰਲ ਮਿਲ ਮਿਸਲ ਪਰਿਓ ਸਭ ਤਾਹਾ, ਸਾਰੀਆਂ ਮਿਸਲਾਂ ਨੇ ਵੈਰੀ ਦੇ ਉੱਤੇ ਹੱਲਾ ਬੋਲ ਦਿੱਤਾ। ਫਿਰ ਗਹਿ ਗੱਚ ਲੜਾਈ ਸ਼ੁਰੂ ਹੋ ਗਈ। ਦੋਹਰਾ ਯੂੰ ਕਹਿ ਕੇ ਸੋ ਜਾਲ ਲਰਿਓ, ਮਲੇਰੀਅਨ ਜੈ ਨੇ ਸਾਥ, ਏਦਾਂ ਕਹਿ ਕੇ ਬਾਬਾ ਸ਼ਾਮ ਸਿੰਘ ਮਲੇਰਕੋਟਲੇ ਵਾਲਿਆਂ ਨਾਲ ਤੇ ਸਰਹੰਦ ਦੇ ਸੂਬੇ ਜੈਨ ਖਾਨਾ ਲੜਨ ਲੱਗਾ। ਬਹੀ ਤੁਰਾਇਓ ਫੇਰਿਓ ਨ, ਗਿਲਜਨ ਦਿਖਾ ਕੇ ਹਾਥ, ਫਿਰ ਉਹਨੇ ਗਿਲਜਿਆਂ ਨੂੰ ਹੱਥ ਦਿਖਾਏ ਚੰਗੇ ਡਾਢੇ, ਤੇ ਵਹੀਰ ਨੂੰ ਕਿਹਾ ਵੀ ਤਗੜੇ ਹੋ ਕੇ ਤੁਰੋ, ਆਪਾਂ ਮਾਲਵੇ 'ਚ ਜਾਣਾ ਹੀ ਜਾਣਾ ਹੈ। ਬੰਦੂਕ ਮਾਮਨ ਬਰਛੀ ਫੜਤੇ ਸੰਭਾਰ ਚਲਾ, ਬਾਬਾ ਸ਼ਾਮ ਸਿੰਘ ਬਹੁਤ ਲੜਾਕਾ ਸੀਗਾ। ਉਹਦੇ ਨਾਲ ਦੇ ਜਿਹੜੇ ਜੁਝਾਰੂ ਸਿੰਘ ਸਨ, ਬੰਦੂਕਾਂ ਤੀਰਾਂ ਬਰਛੀਆਂ ਨਾਲ ਵੈਰੀ ਦਾ ਮੁਕਾਬਲਾ ਕਰਨ ਲੱਗੇ। ਮਾਰੇ ਸਿੰਘ ਬੜ ਸੂਰ ਮੇ ਘੋੜੇ ਵਿੱਚ ਰਲਾਏ, ਸਿੰਘਾਂ ਸੂਰਮਿਆਂ ਨੇ ਜਾ ਕੇ ਮਲੇਰਕੋਟਲੇ ਵਾਲੀ ਫੌਜ ਦੇ ਵਿੱਚ ਘੋੜੇ ਰਲਾ ਦਿੱਤੇ, ਤੇ ਮਲੇਰਕੋਟਲੇ ਵਾਲਿਆਂ ਨੂੰ ਚੰਗੀ ਤਰ੍ਹਾਂ ਸਿੰਘਾਂ ਨੇ, ਸ਼ਾਮ ਸਿੰਘ ਨੇ ਹੱਥ ਲਾਏ। ਕਿਸ ਤਰ੍ਹਾਂ ਮਲੇਰਕੋਟਲੇ ਦਾ ਇਲਾਕਾ ਫਤਿਹ ਕਰਕੇ ਸਿੰਘ ਅੱਗੇ ਜਾਣ ਦੀ ਕੋਸ਼ਿਸ਼ ਕਰ ਰਹੇ ਸਨ, ਪਿੱਛੋਂ ਕਿਵੇਂ ਅਬਦਾਲੀ ਹੱਲੇ ਕਰ ਰਿਹਾ ਸੀ, ਕਿਵੇਂ ਉਹ ਦਿਨ ਬੀਤਿਆ 5 ਫਰਵਰੀ 1762 ਦਾ। ਉਹ ਸਾਧ ਸੰਗਤ ਜੀ ਵੱਡੇ ਘੱਲੂ ਘਾਰੇ ਦਾ ਟਾਈਮ ਹੁਣ ਉਹ ਚੱਲ ਰਿਹਾ। ਇਸੇ ਹਫਤੇ ਵਿੱਚ ਉਹ ਯਾਦ ਮਨਾਈ ਜਾਂਦੀ। ਉਹਨਾਂ ਪਿੰਡਾਂ ਵਿੱਚ, ਸਾਰਿਆਂ ਪਿੰਡਾਂ ਵਿੱਚ, ਕੁਤਬਾ ਪਿੰਡ, ਬਾਹਮਣੀਆਂ ਪਿੰਡ, ਕੋਪਰਹੀੜਾ ਤੇ ਗਹਿਲਾਂ ਪਿੰਡ, ਜਿੱਥੇ ਜੰਗ ਜਾ ਕੇ ਖਤਮ ਹੋਇਆ, 30 ਕਿਲੋਮੀਟਰ ਦਾ ਉਹ ਸਫ਼ਰ 40 ਦਾ ਬਣਦਾ ਹੈ ਜਿੱਥੇ ਸਿੰਘ ਸ਼ਹੀਦ ਹੋਏ ਹੈ। ਸੋ ਉਹ ਸਾਰੇ ਪਿੰਡਾਂ 'ਚ ਅਖੰਡ ਪਾਠ ਚੱਲਦੇ ਵੱਡੂ ਘੱਲੂ ਘਾਰੇ ਦੀ ਯਾਦ ਵਿੱਚ, ਤੇ ਨਗਰ ਕੀਰਤਨ ਹੁੰਦੇ ਆ ਅੱਜ ਕੱਲ੍ਹ ਪਿੰਡਾਂ ਵਿੱਚ, ਸੰਗਤਾਂ ਯਾਦ ਮਨਾਉਂਦੀਆਂ ਨੇ ਉਹ ਇਲਾਕੇ ਵਿੱਚ। ਸਾਧ ਸੰਗਤ ਜੀ ਆਪਾਂ ਇੱਥੇ ਇਤਿਹਾਸ ਸੁਣ ਰਹੇ ਹਾਂ, ਉਹੀ ਸ਼ਹੀਦਾਂ ਸਿੰਘਾਂ ਦੇ ਚਰਨਾਂ 'ਚ ਆਪਣੀ ਸੁਰਤ